ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਅਸਥਾਨ ਉੱਪਰ ਅੰਮ੍ਰਿਤ ਵੇਲੇ ਨਿਤਨੇਮ ਜੀ ਦੀਆਂ ਬਾਣੀਆਂ ਦੇ ਪਾਠ, ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਜੋ ਇਸ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਲੜੀਵਾਰ ਬਾਣੀ ਦੀ ਕਥਾ ਚੱਲ ਰਹੀ ਹੈ, ਉਸ ਨੂੰ ਸਰਵਣ ਕਰਨ ਵਾਸਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਦਸੰਬਰ ਮਹੀਨੇ ਦਾ ਦੂਸਰਾ ਤੇ ਆਖਰੀ ਪੰਦਰਵਾੜਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ, ਔਰ ਇਹ ਜਿਹੜਾ ਪੰਦਰਵਾੜਾ ਹੈ ਦੂਸਰਾ, ਇਹ ਸਿੱਖ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਖਾਸ ਤੌਰ ਤੇ ਜਦੋਂ ਅਸੀਂ ਇਸ ਦਸੰਬਰ ਦੇ ਦੂਸਰੇ ਪੰਦਰਵਾੜੇ ਦਾ ਇਤਿਹਾਸ ਪੜ੍ਹਦੇ ਹਾਂ, ਤੇ ਇਹ ਇਤਿਹਾਸ ਸਾਡਾ ਲਹੂ ਪਿੱਚਿਆ ਹੈ। ਇਸ ਪੰਦਰਵਾੜੇ ਦੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਸਤਿਗੁਰਾਂ ਦੇ ਪ੍ਰਾਣਾਂ ਤੋਂ ਵੀ ਵੱਧ ਕੇ ਪਿਆਰੇ ਸਿੱਖਾਂ ਦੀ ਸ਼ਹਾਦਤ ਇਸ ਪੰਦਰਵਾੜੇ ਦੇ ਵਿੱਚ ਹੋਈ ਹੈ। ਇਸ ਪੰਦਰਵਾੜੇ ਦੇ ਦੌਰਾਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜੰਗ ਲੜਦਿਆਂ।
ਪਰਿਵਾਰ ਵਿਛੜਿਆ, ਫਿਰ ਚਮਕੌਰ ਸਾਹਿਬ ਦੀ ਜੰਗ ਹੋਈ, ਜੋ ਸੰਸਾਰ ਦੀ ਸਭ ਤੋਂ ਅਸਾਵੀ ਜੰਗ ਮੰਨੀ ਗਈ ਹੈ। ਔਰ ਅਸੀਂ ਇਸ ਪੰਦਰਵਾੜੇ ਨੂੰ ਸ਼ਹੀਦੀ ਪੰਦਰਵਾੜੇ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ, ਸ਼ਹੀਦੀ ਪੰਦਰਵਾੜੇ ਦੇ ਰੂਪ ਦੇ ਵਿੱਚ। ਔਰ ਜਾਹੋ ਜਲਾਲ ਦੇ ਨਾਲ ਮਨਾਉਂਦੇ ਹਾਂ, ਜਾਹੋ ਜਲਾਲ ਦੇ ਨਾਲ ਮਨਾਉਣਾ ਵੀ ਚਾਹੀਦਾ। ਸ਼ੋਕ ਕਰਨਾ ਇਹ ਸਿੱਖ ਪਰੰਪਰਾ, ਸਿੱਖ ਮਰਿਆਦਾ ਦਾ ਹਿੱਸਾ ਨਹੀਂ ਹੈ। ਸੋਗ ਮਨਾਉਣਾ, ਸੋਗ ਕਰਨਾ ਇਹ ਸਿੱਖ ਪਰੰਪਰਾ ਦਾ ਹਿੱਸਾ ਨਹੀਂ ਹੈ। ਸਾਡੀ ਤਾਂ ਪਰੰਪਰਾ ਦੇ ਵਿੱਚ, ਸਾਡੀ ਮਰਿਆਦਾ ਦੇ ਵਿੱਚ ਜਦੋਂ ਕਿਸੇ ਦਾ ਚਲਾਣਾ ਹੋ ਜਾਂਦਾ ਨਾ, ਉਦੋਂ ਵੀ ਆਨੰਦ ਹੀ ਪੜ੍ਹਿਆ ਜਾਂਦਾ ਹੈ। ਜਦੋਂ ਵਿਆਹ ਹੁੰਦਾ ਉਦੋਂ ਵੀ ਆਨੰਦ ਹੀ ਪੜ੍ਹਿਆ ਜਾਂਦਾ ਹੈ, ਤੇ ਜਦੋਂ ਖੁਸ਼ੀ ਦਾ ਸਮਾਗਮ ਹੁੰਦਾ ਉਦੋਂ ਵੀ ਆਨੰਦ ਹੀ ਪੜ੍ਹਿਆ ਜਾਂਦਾ ਹੈ। ਪਰ ਇਸ ਦਿਹਾੜੇ ਨੂੰ ਸਾਦਗੀ ਦੇ ਨਾਲ ਮਨਾਉਣਾ, ਜਾਹੋ ਜਲਾਲ ਦੇ ਨਾਲ ਮਨਾਉਣਾ, ਸ਼ਰਧਾ ਭਾਵ ਦੇ ਨਾਲ ਮਨਾਉਣਾ, ਇਹ ਸਾਡਾ ਗੁਰੂ ਪਿਆਰਿਓ ਫਰਜ਼ ਹੈ। ਢੋਲ ਢਮੱਕਿਆਂ ਤੋਂ ਰਹਿਤ ਹੋ ਕੇ ਮਨਾਉਣਾ, ਬੈਂਡ ਵਾਜਿਆਂ ਤੋਂ ਰਹਿਤ ਹੋ ਕੇ ਮਨਾਉਣਾ, ਨਾਚ ਗਾਣਿਆਂ ਤੋਂ ਰਹਿਤ ਹੋ ਕੇ ਮਨਾਉਣਾ, ਇਹ ਸਾਡਾ ਫਰਜ਼ ਹੈ। ਜੋ ਇਸ ਅਸਥਾਨ ਤੋਂ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਤਹਿਤ ਪਾਵਨ ਮੁਖਵਾਕ ਮਾਨਯੋਗ ਸਿੰਘ ਸਾਹਿਬ ਜੀ ਨੇ ਸਾਨੂੰ ਸਰਵਣ ਕਰਾਇਆ, ਉਸ ਦੀ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਾਂਝੀ ਕਰਨੀ। ਇਹ ਸਵਈਏ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਪਮਾ ਦੇ ਵਿੱਚ ਉਚਾਰਨ। ਦੇਖੋ ਗੁਰੂ ਪਿਆਰਿਓ, ਗੁਰੂ ਸਾਹਿਬਾਨ ਦੀ ਉਪਮਾ ਜੋ ਭੱਟ ਸਾਹਿਬਾਨ ਨੇ ਕੀਤੀ ਹੈ, ਇਹ ਸਮਝ ਲਓ ਉਪਮਾ ਦਾ ਸਿਖਰ ਹੈ, ਉਪਮਾ ਦਾ ਸਿਖਰ। ਅੱਜ ਜੇ ਗੁਰੂ ਪਿਆਰਿਓ ਅਸੀਂ ਕਿਸੇ ਵਿਦਵਾਨ ਨੂੰ, ਕਿਸੇ ਕਵੀ ਨੂੰ ਕਹੀਏ ਨਾ ਕਿ ਗੁਰੂ ਨਾਨਕ ਸਾਹਿਬ ਦੀ ਉਪਮਾ ਦੇ ਵਿੱਚ 2 ਲਾਈਨਾਂ ਲਿਖ ਕੇ ਭਾਈ ਸਾਨੂੰ ਦੇ, ਉਹ ਲਿਖ ਦੇਗਾ। ਪਰ ਜੋ ਭਾਵ ਸਤਿਗੁਰਾਂ ਦੀ ਉਪਮਾ ਨੂੰ ਪ੍ਰਗਟ ਕਰਦਿਆਂ ਭੱਟਾਂ ਨੇ ਆਪਣੇ ਮਨ ਦੇ ਵਿੱਚ ਧਾਰਿਆ, ਜਾਂ ਕਹਿ ਦਈਏ ਜੋ ਸ਼ਰਧਾ ਭਾਵ ਸਤਿਗੁਰਾਂ ਦੀ ਉਪਮਾ ਕਰਦਿਆਂ ਭੱਟਾਂ ਨੇ ਆਪਣੇ ਮਨ ਦੇ ਵਿੱਚ ਧਾਰਿਆ, ਉਹ ਆਪਣੇ ਆਪ ਦੇ ਵਿੱਚ ਬੇਮਿਸਾਲ ਲਾ ਮਿਸਾਲ ਹੈ। ਇੱਕ ਹੁੰਦਾ ਕਿਸੇ ਦੀ ਵਡਿਆਈ ਕਰਨੀ, ਤੇ ਇੱਕ ਹੁੰਦਾ ਗੁਰੂ ਪਿਆਰਿਓ ਕਿਸੇ ਦੀ ਉਸ ਪ੍ਰਤੀ ਸ਼ਰਧਾ ਦੇ ਵਿੱਚ ਭਿੱਜ ਕੇ ਉਸ ਤੇ ਅਟੁੱਟ ਭਰੋਸਾ ਰੱਖਦਿਆਂ ਵਡਿਆਈ ਕਰਨੀ। ਫਰਕ ਹੈ ਗੁਰੂ ਪਿਆਰਿਓ। ਅੱਜ ਅਸੀਂ ਦੇਖ ਰਹੇ ਹਾਂ ਨਾ ਗੁਰੂ ਪਿਆਰਿਓ, ਬੰਦਾ ਬੰਦੇ ਦੀਆਂ ਵਡਿਆਈਆਂ ਕਰੀ ਜਾ ਰਿਹਾ, ਤੇ ਵਡਿਆਈਆਂ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹ ਨਿੰਦਿਆ ਤੇ ਉਤਰਿਆ ਆਉਂਦਾ। ਕਿਉਂ? ਕਿਉਂਕਿ ਜਿਹਦੀਆਂ ਉਹ ਵਡਿਆਈਆਂ ਕਰ ਰਿਹਾ ਉਹਦੇ ਪ੍ਰਤੀ ਮਨ 'ਚ ਸ਼ਰਧਾ ਭਾਵ ਨਹੀਂ ਹੈ, ਉਹਦੇ ਪ੍ਰਤੀ ਅਟੁੱਟ ਭਰੋਸਾ ਵਿਸ਼ਵਾਸ ਨਹੀਂ ਹੈ। ਪਰ ਜਦੋਂ ਗੁਰੂ ਪਿਆਰਿਓ ਕਿਸੇ ਤੇ ਅਟੁੱਟ ਭਰੋਸਾ ਰੱਖ ਕੇ, ਅਟੁੱਟ ਵਿਸ਼ਵਾਸ ਰੱਖ ਕੇ ਉਪਮਾ ਦੇ ਬੋਲ ਉਚਾਰੇ ਜਾਂਦੇ ਨੇ, ਜਦੋਂ ਸ਼ਰਧਾ ਦੇ ਵਿੱਚ ਭਿੱਜ ਕੇ ਬੋਲ ਉਚਾਰੇ ਜਾਂਦੇ ਨੇ, ਫਿਰ ਗੁਰੂ ਪਿਆਰਿਓ ਉਹ ਬੋਲ ਉਪਮਾ ਦਾ ਸਿਖਰ ਹੁੰਦੇ ਨੇ। ਔਰ ਇਹ ਮਾਣ ਮਿਲਿਆ ਭੱਟ ਸਾਹਿਬਾਨ ਨੂੰ। ਇੰਨੀ ਗੁਰੂ ਪਿਆਰਿਓ ਸ਼ਰਧਾ ਭਾਵ ਦੇ ਵਿੱਚ ਭਿੱਜ ਕੇ ਭੱਟ ਸਾਹਿਬਾਨ ਨੇ ਗੁਰੂ ਸਾਹਿਬਾਨ ਦੀ ਉਪਮਾ ਕੀਤੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਉਪਮਾ ਨੂੰ ਆਪਣਾ ਅੰਗ ਬਣਾ ਲਿਆ, ਗੁਰੂ ਦਾ ਅੰਗ ਬਣਾ ਦਿੱਤਾ ਕਹਿ ਦਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਇਸ ਨੂੰ ਦਰਜ ਕਰ ਦਿੱਤਾ। ਇਸ ਲਈ ਕਿਉਂਕਿ ਇਹ ਕੇਵਲ ਬੋਲ ਨਹੀਂ, ਇਹ ਕਵਿਤਾ ਨਹੀਂ। ਵੈਸੇ ਵੀ ਗੁਰੂ ਪਿਆਰਿਓ ਬਾਣੀ ਜਿਹੜੀ ਹੈ ਇਹ ਗੀਤ ਨਹੀਂ ਹੈ, ਕਵਿਤਾ ਨਹੀਂ ਹੈ ਕੇਵਲ। ਇਹ ਠੀਕ ਹੈ ਛੰਦਾਬੰਦੀ ਦੇ ਵਿੱਚ ਹੈ, ਪਰ ਇਹ ਕਵਿਤਾ ਨਹੀਂ ਹੈ, ਇਹ ਗੀਤ ਨਹੀਂ ਹੈ। ਆਖਿਆ ਨਾ ਬਾਣੀ ਦੇ ਵਿੱਚ ਸਤਿਗੁਰਾਂ ਦਾ ਫਰਮਾਨ ਹੈ, ਲੋਕ ਜਾਣੈ ਇਹੋ ਗੀਤ ਹੈ। ਲੋਕ ਸਮਝਦੇ ਆ ਇਹ ਗੀਤ ਹੈ,
पर यह गीत नहीं है, यह है कि कहते ये तो ब्रह्म विचार, ये परमेश्वर दी विचार है, परमेश्वर दी विचार, ये ब्रह्म दी विचार है। इनू गीत समझण दी, कविता समझण दी केवल गुरु प्यारियों भुल नहीं करनी चाहिए, गलती नहीं करनी चाहिए। ये ब्रह्म वाक है। ते भट्ट साहबान ने जो कहा वो शरधा भाव दे विच भिज के कहा गुरु प्यारियों। हुण धन गुरु रामदास महाराज की उपमा कर रहे ने, बड़ियाई कर रहे ने। की कह रहे ने वो आपां ने सुनना है। जिन्ने क अज वड्डे भागां सदका आपां इस अस्थान दे उत्ते सुनन वास्ते बैठे हाँ, एक बारी मनोवृत्तियां नूं एकागर कर लईए और गज के गुरु के शब्द विच ध्यान जोड़ते हैं। आखो सतनाम श्री वाहिगुरु जी, वाहिगुरु साहिब जी। सतगुर नानक भगत करी एक मन, तान मान धन गोबिंद दियाओ। देखो गुरु प्यारियो की कह रहे ने भट्ट साहब, कहते सतगुर नानक। जदों असी आप पाठ करांगे ना गुरु प्यारियो, ते असी देखांगे कि इत्थे सतगुर दे आखर दे विच रारे नूं भी सिहारी लगी है और नानक दे कक्के नूं भी सिहारी लगी है। ये सिहारियां बिहारियां औंकड़ दलौंकड़ ये अर्थ देंदे ने गुरु प्यारियो, ये नरार्थक नहीं है जिवें अज कल भुल करदे ने कई गुरु प्यारियो भी ये नरार्थक है। पहलां तां असीं बोल चाल दे विच गुरु प्यारियो जिहड़ा ना गुरबाणी नूं बोलण दे विच जिहड़ा है असीं ये कहना शुरू करता कि इन्हां लगा मात्रां नूं बुलाउण दी जरूरत नहीं है। चलो गुरु प्यारियो सहन कर लिया पंथ ने। लोकन हुण हमाकत की जा रही है कि बाणी नूं लिखती रूप दे विच भी लगा मात्रा तो रहत गुरु प्यारियो लिखिया जा रहा है भी इहदी कोई जरूरत नहीं है। साडी नौजवान पीढ़ी जिवें अजोकी पंजाबी भाषा नूं पढ़दी है ना, इस ढंग दे नाल सौखे तरीके नाल साडी जिहड़ी नौजवान आउण वाली पीढ़ी है ये गुरबाणी नूं सौखियां ढंग नाल पढ़ सके। इस करके लिखत दे विच गुरु प्यारियो कईयां ने पाप कीता, लगा मात्रां जिहड़ियां ने वो हटा दित्तियां ने या वाधू अपने कोलों ला दित्तियां ने, अदक वगैरह। ये पाप है गुरु प्यारियो, गुरबाणी नाल छेड़छाड़ करनी पाप गुनाह। एक अखर अपने कोलों लिखती रूप दे विच वध लाउणा ते एक अखर अपने कोलों लिखती रूप दे विच गुरबाणी दे विच हटाउणा, ये पाप है। हाँ गुरु प्यारियो कोई अनजान पुणे दे विच कोई लग मात्र घट वध होगी वो वखरा विषय, पर जान बुझ के गुरु प्यारियो लग मात्र नूं हटाउणा लिखती रूप दे विच ते लग मात्र नूं अपने कोलों बना के लाउणा, ये गुनाह है, पाप है, जिन्हों ना गुरु साहिबान माफ कर सकते ने ना पंथ माफ कर सकता है। धन गुरु ग्रंथ साहिब सच्चे पातशाह दे अंदर इत्थे हुण भट्ट साहब गुरु रामदास जी की उपमा करते हैं ते उपमा करदे गुरु प्यारियो इत्थे पहली पंक्ति च गुरु नानक साहब की गल कीती है। कहंदे सतगुर नानक भगत करी। हुण भगत असीं इहदा उचारण बेशक गुरु प्यारियो भगत कीता भगत, पर इत्थे भगत दे तत्ते नूं सिहारी लगी है। ये सिहारी इसते मूलक अंक वजों लगी है। जदों संस्कृत दे विच या हिंदी दे विच असीं भगती लिखांगे ना ते उत्थे असीं तौ नूं सिहारी पावांगे, ਜਾਂ ਜਦੋਂ ਅਸੀਂ ਪੜਾਂਗੇ ਤੇ ਤੌ ਨੂੰ ਉੱਥੇ ਸਿਹਾਰੀ ਲੱਗੀ ਸਾਨੂੰ ਮਿਲੇਗੀ। ਹੁਣ ਉੱਥੇ ਗੁਰੂ ਪਿਆਰਿਓ ਨੂੰ ਭਗਤੀ ਉਚਾਰਨ ਕੀਤਾ ਜਾਂਦਾ ਹੈ। ਪੰਜਾਬੀ ਦੇ ਵਿੱਚ ਗੁਰੂ ਪਿਆਰਿਓ ਖਾਸ ਤੌਰ ਤੇ ਗੁਰਬਾਣੀ ਦੇ ਵਿੱਚ ਤੌ ਨੂੰ ਜਿਹੜੀ ਤੱਤੇ ਨੂੰ ਸਿਹਾਰੀ ਲੱਗੀ ਹੈ ਨਾ, ਇਹਦੇ ਮੂਲਕ ਅੰਕ ਵਜੋਂ ਲੱਗੀ ਹੈ। ਉਚਾਰਨ ਇਹਦਾ ਭਗਤ, ਲੇਕਿਨ ਗੁਰੂ ਪਿਆਰਿਓ ਇਹਦਾ ਅਰਥ ਹੈ ਭਗਤੀ। ਧਰਤ, ਧਰਤ ਪਾਠ ਆਏਗਾ, ਧਰਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ। ਉਚਾਰਨ ਬੇਸ਼ੱਕ ਧਰਤ ਹੈ ਲੇਕਿਨ ਅਰਥ ਹੈ ਧਰਤੀ। ਬਹੁਤ ਸਾਰੇ ਸ਼ਬਦ ਹੈ ਗੁਰਬਾਣੀ ਚ। ਕੀ ਕਹਿੰਦੇ ਨੇ? ਕਹਿੰਦੇ ਸਤਿਗੁਰ ਨਾਨਕ ਭਗਤ ਕਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਕੀਤੀ। ਭਗਤੀ ਕੀਤੀ।
ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਕੀਤੀ। ਗੁਰੂ ਪਿਆਰਿਓ, ਭਗਤੀ ਕੀ ਹੈ? ਵਿਦਵਾਨਾਂ ਨੇ 9 ਪ੍ਰਕਾਰ ਦੀ ਭਗਤੀ ਮੰਨੀ ਹੈ। ਗੁਰੂ ਪਿਆਰਿਓ, ਆ ਜਿਹੜਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦੇ ਆ ਨਾ, ਦਰਸ਼ਨ ਕਰਦੇ ਆ, ਇਹ ਵੀ ਭਗਤੀ ਹੈ। ਆ ਜਿਹੜਾ ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣਿਆ, ਹੁਣ ਕਥਾ ਸੁਣ ਰਹੇ ਆ, ਇਹ ਵੀ ਭਗਤੀ ਹੈ। ਅਸੀਂ ਗੁਰੂ ਪਿਆਰਿਓ ਗੋਲਕ ਦੇ ਵਿੱਚ ਕੋਈ ਗੁਰੂ ਕੇ ਨਿਮਿਤ ਅਸੀਂ ਜਿਹੜਾ ਹੈ ਰੁਪਈਆ 10 ਰੁਪਈਏ 20 ਰੁਪਈਏ ਪਾਉਣੇ ਆ, ਇਹ ਵੀ ਭਗਤੀ ਹੈ। ਅਸੀਂ ਕਿਸੇ ਭੁੱਖੇ ਨੂੰ ਭੋਜਨ ਛਕਾਉਣੇ ਆ, ਇਹ ਵੀ ਭਗਤੀ ਹੈ। ਅਸੀਂ ਕਿਸੇ ਪਿਆਸੇ ਨੂੰ ਜਲ ਛਕਾਉਣੇ ਆ, ਇਹ ਵੀ ਭਗਤੀ ਹੈ। ਕਿਸੇ ਵਸਤਰਹੀਣੇ ਨੂੰ ਅਸੀਂ ਵਸਤਰ ਦਿੰਨੇ ਆ, ਇਹ ਵੀ ਭਗਤੀ ਹੈ। ਗੁਰੂ ਪਿਆਰਿਓ, ਹਰ ਉਹ ਕਰਮ ਜਿਹੜਾ ਵਾਹਿਗੁਰੂ ਦੇ ਨਿਮਿਤ, ਗੁਰੂ ਦੇ ਨਿਮਿਤ ਕੀਤਾ ਜਾਂਦਾ ਔਰ ਵਾਹਿਗੁਰੂ ਤੇ ਗੁਰੂ ਦੀ ਯਾਦ ਦਿਵਾਉਂਦਾ ਸਾਨੂੰ, ਉਹ ਗੁਰੂ ਪਿਆਰਿਓ ਭਗਤੀ ਹੈ। ਉਹ ਭਗਤੀ ਹੈ। ਅਸੀਂ ਨਿਤਨੇਮ ਕਰਦੇ ਹਾਂ, ਇਹ ਵੀ ਭਗਤੀ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਇਹ ਵੀ ਭਗਤੀ ਹੈ। ਆ ਹੁਣ ਅਸੀਂ ਕਥਾ ਸੁਣ ਰਹੇ ਹਾਂ, ਸਮਝ ਲਓ ਗੁਰੂ ਪਿਆਰਿਓ 1 ਘੰਟਾ ਅਸੀਂ ਭਗਤੀ ਕਰ ਰਹੇ ਹਾਂ। ਹੁਣ ਇੱਥੇ ਗੁਰੂ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਭੱਟ ਸਾਹਿਬ ਕਹਿੰਦੇ ਨੇ, ਸਤਿਗੁਰ ਨਾਨਕ ਭਗਤ ਕਰੀ। ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਕੀਤੀ। ਕਿਵੇਂ ਕੀਤੀ? ਕਹਿੰਦੇ ਇੱਕ ਮਨ ਹੋ ਕੇ ਭਗਤੀ ਕੀਤੀ, ਇੱਕ ਮਨ ਹੋ ਕੇ। ਕਿਉਂਕਿ ਗੁਰੂ ਪਿਆਰਿਓ ਜਦੋਂ ਅਸੀਂ ਭਗਤੀ ਕਰਦੇ ਆ ਨਾ, ਤਾਂ ਫਿਰ ਕੇਵਲ ਭਗਤੀ ਹੀ ਹੋਣੀ ਚਾਹੀਦੀ ਹੈ, ਕੋਈ ਦੂਸਰਾ ਖਿਆਲ ਮਨ 'ਚ ਨਹੀਂ ਹੋਣਾ ਚਾਹੀਦਾ। ਫਿਰ ਦੂਸਰਾ ਖਿਆਲ ਕੋਈ ਮਨ 'ਚ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ, ਦੂਸਰਾ ਖਿਆਲ, ਦੂਸਰਾ ਗੁਰੂ ਪਿਆਰਿਓ ਮਨ ਦੇ ਵਿੱਚ ਵਿਚਾਰ ਧਾਰਨ ਕਰਦੇ ਆ ਨਾ, ਤਾਂ ਜਿਹੜਾ ਅਸੀਂ ਕੰਮ ਕਰ ਰਹੇ ਹੁੰਦੇ ਆ, ਉਹ ਕੰਮ ਸਹੀ ਢੰਗ ਦੇ ਨਾਲ ਹੁੰਦਾ ਨਹੀਂ ਹੈ। ਫਰਜ਼ ਕਰੋ ਗੁਰੂ ਪਿਆਰਿਓ ਬੱਚਾ ਪੜ੍ਹ ਰਿਹਾ, ਜੇ ਬੱਚਾ ਪੜ੍ਹ ਰਿਹਾ ਹੈ ਤੇ ਬੱਚੇ ਦਾ ਮਨ ਜਿਹੜਾ ਹੈ ਕੋਈ ਹੋਰ ਵਿਚਾਰ ਸੋਚ ਰਿਹਾ ਹੈ, ਤੇ ਪੜ੍ਹਾਈ ਜਿਹੜੀ ਹੈ ਉਸ ਦੀ ਸਹੀ ਤੌਰ ਦੇ ਉੱਤੇ, ਪੂਰਨ ਤੌਰ ਤੇ ਹੋ ਨਹੀਂ ਰਹੀ। ਸਾਨੂੰ ਦਿਸ ਰਿਹਾ ਵੀ ਬੱਚਾ ਪੜ੍ਹ ਰਿਹਾ, ਸਾਨੂੰ ਦਿਸ ਰਿਹਾ ਵੀ ਬੱਚਾ ਪੜ੍ਹ ਰਿਹਾ ਹੈ, ਲੇਕਿਨ ਉਹ ਪੜ੍ਹ ਨਹੀਂ ਰਿਹਾ, ਕਿਉਂਕਿ ਉਹਦੇ ਮਨ ਦੇ ਵਿੱਚ ਖਿਆਲ ਕੋਈ ਹੋਰ ਚੱਲ ਰਿਹਾ, ਵਿਚਾਰ ਕੋਈ ਹੋਰ ਚੱਲ ਰਿਹਾ ਵੀ ਮੈਂ ਫਲਾਨੀ ਜਗ੍ਹਾ ਜਾਣਾ, ਮੈਂ ਢਮਕੀ ਜਗ੍ਹਾ ਜਾਣਾ, ਮੈਂ ਇੱਥੇ ਆ ਕਰਨਾ, ਇੱਥੇ ਆ ਕਰਨਾ। ਇਵੇਂ ਗੁਰੂ ਪਿਆਰਿਓ ਜੇ ਅਸੀਂ ਨਿਤਨੇਮ ਕਰਦੇ ਹਾਂ ਤੇ ਮਨ ਨਿਤਨੇਮ 'ਚ ਹੀ ਹੋਣਾ ਚਾਹੀਦਾ ਹੈ, ਮਨ 'ਚ ਕੋਈ ਹੋਰ ਵਿਚਾਰ ਖਿਆਲ ਨਹੀਂ ਹੋਣੇ ਚਾਹੀਦੇ। ਜੇ ਅਸੀਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਤੇ ਫਿਰ ਮਨ ਦੇ ਵਿੱਚ ਵੀ ਗੁਰੂ ਪਿਆਰਿਓ ਕੀਰਤਨ ਸੁਣਨਾ ਜਾਂ ਕਥਾ ਸੁਣਨਾ ਹੀ ਹੋਣੀ ਚਾਹੀਦੀ ਹੈ, ਕੋਈ ਦੂਸਰਾ ਖਿਆਲ ਨਹੀਂ ਹੋਣਾ ਚਾਹੀਦਾ। ਜੇ ਅਸੀਂ ਮਨ ਦੇ ਵਿੱਚ ਕਥਾ ਕੀਰਤਨ ਸੁਣਦੇ ਹਾਂ, ਗੁਰੂ ਪਿਆਰਿਓ ਕਥਾ ਕੀਰਤਨ ਨੂੰ ਹੀ ਰੱਖਦੇ ਹਾਂ, ਤੇ ਸਮਝ ਲਓ ਅਸੀਂ ਇੱਕ ਮਨ ਹੋ ਕੇ ਗੁਰੂ ਪਿਆਰਿਓ ਕੀਰਤਨ ਸੁਣ ਰਹੇ ਹਾਂ, ਇੱਕ ਮਨ ਹੋ ਕੇ ਅਸੀਂ ਕਥਾ ਸੁਣ ਰਹੇ ਹਾਂ। ਤਾਂ ਇੱਥੇ ਭੱਟ ਜੀ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਇੱਕ ਮਨ ਹੋ ਕੇ, ਇੱਕ ਮਨ ਹੋ ਕੇ ਭਗਤੀ ਕੀਤੀ। ਕਿਵੇਂ ਕੀਤੀ ਭਗਤੀ? ਕਹਿੰਦੇ ਇੱਕ ਮਨ ਹੋ ਕੇ ਕੀਤੀ। ਭਾਵ ਜਦੋਂ ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ ਉਸ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਦੀ, ਉਦੋਂ ਖਿਆਲ ਕਿਸੇ ਹੋਰ ਪਾਸੇ ਨਹੀਂ ਰੱਖਿਆ ਗੁਰੂ ਪਿਆਰਿਓ। ਤੇ ਭਗਤੀ ਕਰਦਿਆਂ ਇੱਕ ਚੀਜ਼ ਹੋਰ ਗੁਰੂ ਪਿਆਰਿਓ ਜਿਹੜੀ ਜ਼ਰੂਰੀ ਹੈ, ਉਹ ਵੀ ਗੁਰੂ ਨਾਨਕ ਸਾਹਿਬ ਨੇ ਕੀਤੀ। ਉਹ ਕੀ ਕੀਤਾ? ਕਹਿੰਦੇ ਤਾਨ ਮਾਨ ਧਾਨ ਗੋਬਿੰਦ ਦਿਆਓ। ਗੋਬਿੰਦ, ਗੋ ਸੰਸਕ੍ਰਿਤ ਦਾ ਲਫ਼ਜ਼ ਹੈ ਗੁਰੂ ਪਿਆਰਿਓ, ਜਿਹਦਾ ਅਰਥ ਹੈ ਧਰਤੀ। ਬਿੰਦ ਦਾ ਅਰਥ ਹੈ ਪੈਦਾ ਕਰਨ ਵਾਲਾ, ਬਿੰਦ ਪੈਦਾ ਕਰਨ ਵਾਲਾ। ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ, ਧਰਤੀ ਨੂੰ ਪਾਲਣ ਵਾਲਾ। ਗੋਸਾਈ ਸ੍ਰਿਸ਼ਟੀ ਦਾ ਮਾਲਕ। ਗੋ ਦਾ ਅਰਥ ਹੈ ਸ੍ਰਿਸ਼ਟੀ ਕਹਿ ਲਓ, ਧਰਤੀ ਕਹਿ ਲਓ, ਔਰ ਸਾਈਂ ਦਾ ਅਰਥ ਹੈ ਮਾਲਕ, ਪਾਲ ਦਾ ਅਰਥ ਹੈ ਪਾਲਣ ਵਾਲਾ, ਬਿੰਦ ਦਾ ਅਰਥ ਹੈ ਪੈਦਾ ਕਰਨ ਵਾਲਾ। ਗੋਬਿੰਦ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ, ਗੋਸਾਈ ਸ੍ਰਿਸ਼ਟੀ ਦਾ ਮਾਲਕ। ਤਾਂ ਇੱਥੇ ਲਫ਼ਜ਼ ਹੈ ਗੋਬਿੰਦ। ਗੋਬਿੰਦ ਦਾ ਮਤਲਬ ਹੈ ਗੁਰੂ ਪਿਆਰਿਓ ਜਿਹੜਾ ਜਗਤ ਨੂੰ ਪੈਦਾ ਕਰਦਾ ਹੈ। ਹੁਣ ਜਗਤ ਨੂੰ ਪੈਦਾ ਕੌਣ ਕਰਦਾ ਹੈ? ਜਗਤ ਨੂੰ ਪੈਦਾ ਕੋਈ ਬੰਦਾ ਤਾਂ ਕਰਦਾ ਨਹੀਂ ਹੈ ਗੁਰੂ ਪਿਆਰਿਓ, ਜਗਤ ਨੂੰ ਪੈਦਾ ਕਰਦਾ ਹੈ ਵਾਹਿਗੁਰੂ ਅਕਾਲ ਪੁਰਖ।
ਤਾਂ ਗੁਰੂ ਨਾਨਕ ਸਾਹਿਬ ਨੇ, ਕੌਣ ਕਹਿ ਰਿਹਾ? ਭੱਟ ਸਾਹਿਬ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਨੇ ਇੱਕ ਮਨ ਹੋ ਕੇ ਅਕਾਲ ਪੁਰਖ ਦੀ ਭਗਤੀ ਕੀਤੀ, ਤੇ ਨਾਲ ਕਹਿੰਦੇ ਭਗਤੀ ਕਰਦਿਆਂ ਆਪਣਾ ਤਨ, ਆਪਣਾ ਮਨ, ਆਪਣਾ ਧਨ ਇਹ ਗੋਬਿੰਦ ਨੂੰ ਦੇ ਦਿੱਤਾ, ਅਕਾਲ ਪੁਰਖ ਨੂੰ ਦੇ ਦਿੱਤਾ। ਦੇਖੋ ਕਿੱਡੀ ਖੂਬਸੂਰਤ ਗੱਲ ਕੀਤੀ। ਗੁਰੂ ਰਾਮਦਾਸ ਜੀ ਦੀ ਉਪਮਾ ਕਰ ਰਹੇ ਨੇ, ਲੇਕਿਨ ਪਹਿਲੀ ਪੰਕਤੀ 'ਚ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਹੈ, ਦੂਜੀ ਪੰਕਤੀ 'ਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਗੱਲ ਕੀਤੀ ਹੈ, ਤੀਜੀ ਪੰਕਤੀ 'ਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੱਲ ਕੀਤੀ ਹੈ, ਤੇ ਸਵਈਏ ਦੀ ਚੌਥੀ ਪੰਕਤੀ 'ਚ ਗੁਰੂ ਰਾਮਦਾਸ ਜੀ ਦੀ ਗੱਲ ਕੀਤੀ। ਹੁਣ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ। ਭੱਟ ਸਾਹਿਬ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਰਤਾਰ ਦੀ ਭਗਤੀ ਇੱਕ ਮਨ ਹੋ ਕੇ ਕੀਤੀ, ਤੇ ਆਪਣਾ ਤਨ, ਮਨ, ਧਨ ਇਹ ਕਰਤਾਰ ਨੂੰ ਦੇ ਦਿੱਤਾ, ਸੌਂਪ ਦਿੱਤਾ, ਸਮਰਪਣ ਕਰ ਦਿੱਤਾ ਅਕਾਲ ਪੁਰਖ ਨੂੰ ਗੁਰੂ ਨਾਨਕ ਸਾਹਿਬ ਨੇ। ਇਹ ਕਹਿ ਰਹੇ ਨੇ ਗੁਰੂ ਪਿਆਰਿਓ ਭੱਟ ਸਾਹਿਬ। ਔਰ ਇਤਿਹਾਸ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ ਹਾਂ ਤੇ ਉਸ ਤੋਂ ਗੁਰੂ ਪਿਆਰਿਓ ਸਾਨੂੰ ਹੋਰ ਵੀ ਪਰਪੱਕਤਾ ਹੋ ਜਾਂਦੀ ਕਿ ਗੁਰੂ ਨਾਨਕ ਸਾਹਿਬ ਟੋਟਲੀ ਅਕਾਲ ਪੁਰਖ ਨੂੰ ਸਮਰਪਿਤ ਸਨ। ਟੋਟਲੀ ਜਦੋਂ ਉਦਾਸੀਆਂ ਤੇ ਸਨ ਨਾ, ਤੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛਣਾ, ਬਾਬਾ ਜੀ ਹੁਣ ਆਪਾਂ ਕਿੱਥੇ ਜਾਵਾਂਗੇ, ਜਾਂ ਹੁਣ ਆਪਾਂ ਕਿੱਥੇ ਜਾਣਾ ਹੈ, ਇਸ ਜਗ੍ਹਾ ਤੋਂ ਹੁਣ ਆਪਾਂ ਮੂਵ ਹੋ ਕੇ ਕਿੱਥੇ ਜਾਣਾ ਹੈ ਬਾਬਾ, ਹੁਣ ਆਪਾਂ ਕਿੱਥੇ ਜਾਣਾ ਹੈ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਤਾ ਕੀ ਕਹਿਣਾ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਣਾ, ਉਹ ਭਾਈ ਮਰਦਾਨਿਆਂ ਜਿੱਥੇ ਕਰਤਾਰ ਲੈ ਚੱਲੇਗਾ, ਜਿੱਥੇ ਕਰਤਾਰ ਲੈ ਚੱਲੇਗਾ। ਹੁਣ ਇਹ ਜਿਹੜੇ ਸ਼ਬਦ ਨੇ ਗੁਰੂ ਪਿਆਰਿਓ ਜਨਮ ਸਾਖੀ ਦੇ, ਕਿ ਭਾਈ ਮਰਦਾਨਾ ਜੀ ਨੇ ਪੁੱਛਣਾ ਕਿ ਬਾਬਾ ਹੁਣ ਆਪਾਂ ਕਿੱਥੇ ਜਾਣਾ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਹਿਣਾ, ਮਰਦਾਨਿਆਂ ਜਿੱਥੇ ਕਰਤਾਰ ਲੈ ਚੱਲੇਗਾ। ਇਹ ਦੋ ਪੰਕਤੀਆਂ ਜਿਹੜੀਆਂ ਨੇ ਇਹ ਸਾਨੂੰ ਦੱਸਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਨੂੰ ਸਮਰਪਣ ਸੀ, ਟੋਟਲੀ ਸਮਰਪਣ, ਟੋਟਲੀ ਜਿੱਥੇ ਲੈ ਜਾਏਗਾ। ਉਹ ਸਿੱਖ ਦਾ ਵਿਸ਼ਵਾਸ ਅਕਾਲ ਪੁਰਖ ਤੇ ਹੋਣਾ ਚਾਹੀਦਾ। ਗੁਰਬਾਣੀ ਦਾ ਮੁੱਖ ਮਕਸਦ ਕੀ ਹੈ ਗੁਰੂ ਪਿਆਰਿਓ? ਜੇ ਸਾਨੂੰ ਕੋਈ ਪ੍ਰਸ਼ਨ ਕਰੇ ਕਿ ਗੁਰਬਾਣੀ ਦਾ ਮੁੱਖ ਮਕਸਦ ਕੀ ਹੈ, ਮੁੱਖ ਮੰਤਵ ਕੀ ਹੈ, ਤਾਂ ਗੁਰਬਾਣੀ ਦਾ ਮੁੱਖ ਮੰਤਵ ਜਿਹੜਾ ਹੈ ਉਹ ਜੀਵ ਨੂੰ ਹੁਕਮੀ ਬੰਦਾ ਬਣਾਉਣਾ ਹੈ। ਹੁਕਮੀ ਬੰਦਾ, ਉਹਦੀ ਰਜ਼ਾ ਦੇ ਵਿੱਚ ਚੱਲਣ ਵਾਲਾ ਬੰਦਾ, ਉਹਦੀ ਰਜ਼ਾ ਦੇ ਵਿੱਚ ਚੱਲਣ ਵਾਲਾ ਬੰਦਾ। ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਣ ਲੱਗ ਪਿਆ, ਜਿਹੜਾ ਉਹਦੀ ਰਜ਼ਾ ਦੇ ਵਿੱਚ ਚੱਲਣ ਲੱਗ ਪਿਆ, ਸਮਝ ਲਓ ਗੁਰੂ ਪਿਆਰਿਓ ਉਹ ਉਹਦਾ ਹੋ ਗਿਆ। ਉਹਦੇ ਤੇ ਕਰਤਾਰ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ। ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਉਹਦੀ ਪਹਿਲੀ ਗੁਰੂ ਪਿਆਰਿਓ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ। ਕਹਿੰਦੇ ਭਾਈ ਚੁੱਪ ਰਹਿਣ ਦੇ ਨਾਲ ਵੀ ਗੱਲ ਨਹੀਂ ਬਣਦੀ, ਭੁੱਖਿਆਂ ਰਹਿਣ ਦੇ ਨਾਲ ਵੀ ਗੱਲ ਨਹੀਂ ਬਣਦੀ, ਭੁੱਖਿਆਂ ਰਹਿਣ ਦੇ ਨਾਲ ਵੀ ਗੱਲ ਨਹੀਂ ਬਣਦੀ। ਤੇ ਫਿਰ ਮਹਾਰਾਜ ਗੱਲ ਬਣਦੀ ਕਿਵੇਂ ਹੈ? ਚੁਸਤੀਆਂ ਚਲਾਕੀਆਂ ਨਾਲ ਵੀ ਗੱਲ ਨਹੀਂ ਬਣਦੀ, ਆ ਸਰੀਰਕ ਪਵਿੱਤਰਤਾ ਧਾਰਨ ਕਰਨ ਦੇ ਨਾਲ ਵੀ ਗੱਲ ਨਹੀਂ ਬਣਦੀ। ਮਹਾਰਾਜ ਫਿਰ ਗੱਲ ਬਣਦੀ ਕਿਵੇਂ ਹੈ? ਕਿਵ ਸਚਿਆਰਾ ਹੋਈ ਹੈ, ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ? ਸੱਚ ਦੇ ਧਾਰਨੀ ਕਿਵੇਂ ਬਣਿਆ ਜਾ ਸਕਦਾ ਹੈ? ਕਿਵ ਕੂੜਾ ਟੁੱਟੈ ਪਾਲ, ਆ ਝੂਠ ਦੀ ਜਿਹੜੀ ਕੰਧ ਸਾਡੇ ਮਨਾਂ 'ਚ ਬਣੀ ਹੈ, ਕਿਹੜੀ ਕੰਧ ਹੈ? ਝੂਠ ਦੀ, ਹਉਮੈ ਦੀ। ਹਉਮੈ ਦੀ ਕੰਧ ਜਿਹੜੀ ਹੈ ਨਾ, ਇਹ ਝੂਠ ਦੀ ਕੰਧ ਹੈ। ਕਹਿੰਦੇ ਕਿਵ ਕੂੜਾ ਟੁੱਟੈ ਪਾਲ, ਪਾਲ ਦਾ ਮਤਲਬ ਹੁੰਦਾ ਕੰਧ, ਪਾਲ ਕਹਿੰਦੇ ਨੇ ਕੰਧ ਨੂੰ। ਬਾਣੀ 'ਚ ਪਾਲ ਤੇ ਭੀਤ ਇਹ ਲਫ਼ਜ਼ ਆਏ ਨੇ ਜਿਹਦਾ ਮਤਲਬ ਹੈ ਦੀਵਾਰ, ਕੰਧ। ਕਹਿੰਦੇ ਫਿਰ ਝੂਠ ਦੀ ਕੰਧ ਜਿਹੜੀ ਹੈ ਇਹ ਕਿਵੇਂ ਟੁੱਟ ਸਕਦੀ ਹੈ? ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ? ਸਰੀਰਕ ਪਵਿੱਤਰਤਾ ਨਾਲ ਵੀ ਨਹੀਂ ਸਚਿਆਰ ਬਣਿਆ ਜਾ ਸਕਦਾ, ਭੁੱਖਿਆਂ ਰਹਿ ਕੇ ਭਾਵ ਵਰਤ ਆਦਿਕ ਰੱਖਣ ਨਾਲ ਵੀ ਸਚਿਆਰ ਨਹੀਂ ਬਣਿਆ ਜਾ ਸਕਦਾ, ਚੁਸਤੀਆਂ ਚਲਾਕੀਆਂ ਨਾਲ ਵੀ ਸਚਿਆਰ ਨਹੀਂ ਬਣਿਆ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਜੇ ਕੋਈ ਹੁਕਮ ਦੇ ਵਿੱਚ ਚੱਲਣਾ ਸਿੱਖ ਲਏ, ਰਜ਼ਾ ਦੇ ਵਿੱਚ ਚੱਲਣਾ ਸਿੱਖ ਲਏ। ਮਹਾਰਾਜ ਹੁਕਮ ਕੀ ਹੈ? ਤੇ ਫਿਰ ਦੂਸਰੀ ਪੌੜੀ 'ਚ ਹੁਕਮ ਦੀ ਵਿਆਖਿਆ ਕਰਤੀ, ਹੁਕਮੀ ਹੋਵਨ ਆਕਾਰ ਹੁਕਮ, ਕਿੰਨਾ ਕੁਛ ਦੱਸਿਆ ਮਹਾਰਾਜ ਨੇ।
ਤੇ ਆਖਰ ਚ ਕਹਿ ਦਿੱਤਾ ਨਾਨਕ ਹੁਕਮੈ ਜੇ ਬੁੱਝੈ। ਜੇ ਹੁਕਮ ਨੂੰ ਇਨਸਾਨ ਸਮਝ ਲਵੇ ਨਾ ਤੂੰ ਤਾਂ ਹਉਮੈ ਕਹੈ ਨਾ ਕੋਈ। ਫਿਰ ਤੇਰੇ ਅੰਦਰ ਹਉਮੈ ਦੀ ਬਾਤ, ਹਉਮੈ ਦੀ ਜਿਹੜੀ ਕਹਾਣੀ ਹੈ ਇਹ ਖਤਮ ਹੋ ਜਾਣੀ ਹੈ ਜੇ ਤੂੰ ਹੁਕਮ ਨੂੰ ਸਮਝ ਲਵੇਂ। ਤੇ ਹੁਕਮ ਨੂੰ ਸਮਝਣ ਵਾਸਤੇ ਗੁਰੂ ਪਿਆਰਿਓ ਉਸ ਨੂੰ ਸਮਰਪਣ ਹੋਣਾ ਪੈਣਾ ਹੈ। ਉਸ ਨੂੰ ਸਮਰਪਣ ਕੀਤਿਆਂ ਆਪਣਾ ਆਪਾ ਹੁਕਮ ਨੂੰ ਸਮਝਿਆ ਹੀ ਨਹੀਂ ਜਾ ਸਕਦਾ, ਉਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ ਹੈ। ਨਾ ਉਹਦੇ ਹੁਕਮ ਨੂੰ ਸਮਝਿਆ ਜਾ ਸਕਦਾ, ਨਾ ਉਸ ਵਾਹਿਗੁਰੂ ਨੂੰ ਸਮਝਿਆ ਜਾ ਸਕਦਾ ਹੈ। ਬਾਣੀ ਚ ਵੀ ਗੁਰੂ ਪਿਆਰਿਓ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਹੈ, ਜੇ ਗੁਰੂ ਨੂੰ ਜਾਣਨਾ, ਜੇ ਗੁਰੂ ਨੂੰ ਸਮਝਣਾ ਤੇ ਗੁਰੂ ਨੂੰ ਪਾਉਣਾ, ਕਿਉਂਕਿ ਗੁਰੂ ਨੂੰ ਜਾਣਨਾ, ਗੁਰੂ ਨੂੰ ਸਮਝਣਾ ਮਤਲਬ ਗੁਰੂ ਨੂੰ ਪਾਉਣਾ, ਤਾਂ ਤੁਹਾਨੂੰ ਇੱਕ ਕੰਮ ਕਰਨਾ ਪੈਣਾ। ਮਹਾਰਾਜ ਕਿਹੜਾ? ਕਹਿੰਦੇ ਤਾਨ ਮਾਨ ਧਾਨ ਸਭ ਸੌਂਪ ਗੁਰ ਕਉ। ਆਪਣਾ ਤਨ, ਆਪਣਾ ਮਨ, ਆਪਣਾ ਧਨ ਸਾਰਾ ਗੁਰੂ ਨੂੰ ਸੌਂਪ ਦਿਓ, ਗੁਰੂ ਨੂੰ ਸੌਂਪ ਦਿਓ। ਹੁਕਮ ਮੰਨਿਆ ਪਾਈਐ ਤੇ ਉਹਦਾ ਹੁਕਮ ਮੰਨਣਾ ਸ਼ੁਰੂ ਕਰ ਦਿਓ। ਫਿਰ ਬੇਪਰਵਾਹ ਹੋ ਜਾਓ, ਬੇਪਰਵਾਹ। ਦੇਖੀ ਜਾਓ ਸਾਡਾ ਤਾਂ ਤਨ ਵੀ ਗੁਰੂ ਦਾ, ਸਾਡਾ ਮਨ ਵੀ ਗੁਰੂ ਦਾ, ਸਾਡਾ ਧਨ ਵੀ ਗੁਰੂ ਦਾ, ਗੁਰੂ ਦਾ ਹੀ ਹੈ ਸਾਰਾ ਕੁਛ। ਫਿਰ ਬੇਪਰਵਾਹ ਹੋ ਜਾਓ, ਹੁਕਮ ਮੰਨਣਾ ਸ਼ੁਰੂ ਕਰ ਦਿਓ ਗੁਰੂ ਦਾ, ਤੇ ਫਿਰ ਗੁਰੂ ਜਾਣ ਲਾਓਗੇ, ਗੁਰੂ ਸਮਝ ਲਾਓਗੇ। ਇਵੇਂ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਕਰਤਾਰ ਨੂੰ ਸਮਰਪਿਤ ਹੋਣਾ। ਤਨ ਵੀ ਪਰਮੇਸ਼ਵਰ ਨੂੰ, ਮਨ ਵੀ ਪਰਮੇਸ਼ਵਰ ਨੂੰ, ਧਨ ਵੀ ਪਰਮੇਸ਼ਵਰ ਨੂੰ। ਵੈਸੇ ਵੀ ਗੁਰੂ ਪਿਆਰਿਓ ਪਰਮੇਸ਼ਵਰ ਦਾ ਹੀ ਹੈ, ਵੈਸੇ ਹੈ ਵੀ ਵਾਹਿਗੁਰੂ ਦਾ ਹੀ ਹੈ, ਪਰ ਅਸੀਂ ਮੰਨਦੇ ਨਹੀਂ, ਬਸ ਮੰਨਣਾ ਸ਼ੁਰੂ ਕਰਨਾ। ਹੁਣ ਸਾਡਾ ਜਿਹੜਾ ਤਨ ਹੈ, ਸਰੀਰ ਹੈ, ਇਹ ਸਾਡਾ ਥੋੜ੍ਹੀ ਹੈ, ਪਰਮੇਸ਼ਵਰ ਦਾ ਹੀ ਹੈ। ਜੇ ਸਾਡਾ ਹੁੰਦਾ ਤੇ ਅਸੀਂ ਇਹਨੂੰ ਬੁੱਢਾ ਹੋਣ ਦਿੰਦੇ ਸੀ, ਅਸੀਂ ਉਹਨੂੰ ਜਵਾਨ ਰੱਖਦੇ। ਹਾਲਾਂਕਿ ਯਤਨ ਬਹੁਤ ਕਰਦੇ ਹਾਂ ਜਵਾਨ ਰੱਖਣ ਵਾਸਤੇ, ਕਾਲਸ ਅਸੀਂ ਉਹ ਲਾਉਨੇ ਹੈ, ਰੰਗ ਲਾਉਨੇ ਹੈ, ਬਹੁਤ ਯਤਨ ਕਰਦੇ ਹਾਂ। ਪਰ ਗੁਰੂ ਪਿਆਰਿਓ ਝੁਰੜੀਆਂ ਜਿਹੜੀਆਂ ਨੇ ਇਹ ਬੜੇਪੇ ਨੂੰ ਲੁਕੋ ਨਹੀਂ ਸਕਦੀਆਂ। ਜ਼ੁਬਾਨ ਥਥਲਾਉਣ ਲੱਗ ਜਾਂਦੀ ਹੈ ਤੇ ਥਥਲਾਉਂਦੀ ਜ਼ੁਬਾਨ ਜਿਹੜੀ ਹੈ ਇਹ ਬੜੇਪੇ ਨੂੰ ਪ੍ਰਗਟ ਕਰ ਜਾਂਦੀ ਹੈ। ਅੱਖਾਂ ਜਿਹੜੀਆਂ ਨੇ ਉਹ ਬੜੇਪੇ ਨੂੰ ਪ੍ਰਗਟ ਕਰ ਜਾਂਦੀਆਂ ਨੇ। ਲੱਤਾਂ ਜਿਹੜੀਆਂ ਨੇ ਲੜਖੜਾਉਂਦੀਆਂ ਇਹ ਬੜੇਪੇ ਨੂੰ ਪ੍ਰਗਟ ਕਰ ਜਾਂਦੀਆਂ ਨੇ। ਚਾਹੇ ਜਿੰਨਾ ਮਰਜ਼ੀ ਗੁਰੂ ਪਿਆਰਿਓ ਅਸੀਂ ਬੜੇਪੇ ਨੂੰ ਲੁਕਾਉਣ ਦਾ ਯਤਨ ਕਰੀਏ, ਇਹ ਨਹੀਂ ਲੁਕਦਾ, ਇਹ ਆਉਂਦਾ ਹੈ। ਸਾਡਾ ਜਿਹੜਾ ਸਰੀਰ ਹੈ ਨਾ ਗੁਰੂ ਪਿਆਰਿਓ, ਇਹ ਸਾਡਾ ਨਹੀਂ ਹੈ, ਇਹ ਸਾਡਾ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੰਗਲਾਦੀਪ ਗਏ, ਉੱਥੋਂ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਿਆ। ਕਹਿੰਦਾ ਮਹਾਰਾਜ ਤੁਸੀਂ ਰੋਹੀ ਬੀਆਬਾਨ ਦੇ ਵਿੱਚ ਬੈਠੇ ਹੋ, ਮੇਰੇ ਮਹਿਲਾਂ 'ਚ ਚੱਲੋ। ਮਹਾਰਾਜ ਕਹਿੰਦੇ ਨਹੀਂ ਭਾਈ, ਅਸੀਂ ਇੱਥੇ ਠੀਕ ਹੈ, ਜੇ ਤੇਰੇ ਮਹਿਲਾਂ ਦੇ ਵਿੱਚ ਰਹਿਣ ਲੱਗ ਪਏ ਨਾ ਜਾ ਕੇ, ਫਿਰ ਸਾਨੂੰ ਤਾਂ ਮਜ਼ਦੂਰਾਂ ਨੇ ਵੀ ਮਿਲਣਾ ਹੈ, ਕਿਰਤੀਆਂ ਨੇ ਵੀ ਮਿਲਣਾ ਹੈ, ਤੇ ਤੇਰੇ ਮਹਿਲਾਂ 'ਚ ਤਾਂ ਮਜ਼ਦੂਰ ਕਿਰਤੀ ਬਾੜੀ ਨਹੀਂ ਸਕਦੇ, ਉਹ ਸਾਨੂੰ ਕਿਵੇਂ ਮਿਲਣਗੇ? ਤੇਰਾ ਜਦੋਂ ਮਨ ਕਰੇ ਤੂੰ ਇੱਥੇ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਲਿਆ ਕਰ। ਇੱਥੇ ਅਸੀਂ ਕਿਸਾਨਾਂ ਨੂੰ ਵੀ ਮਿਲਣਾ ਹੈ, ਕਿਰਤੀਆਂ ਨੂੰ ਵੀ ਮਿਲਣਾ ਹੈ, ਮਜ਼ਦੂਰਾਂ ਨੂੰ ਵੀ ਮਿਲਣਾ ਹੈ, ਉਹ ਵੀ ਸਾਨੂੰ ਮਿਲਦੇ ਰਹਿਣਗੇ। ਕਹਿੰਦਾ ਸਤ ਬਚਨ। ਇੱਕ ਦਿਨ ਫੇਰ ਆ ਗਿਆ ਰਾਜਾ ਸ਼ਿਵਨਾਭ, ਕਹਿੰਦਾ ਮਹਾਰਾਜ ਚਲੋ ਪੱਕੇ ਤੌਰ ਤੇ ਤਾਂ ਮੈਂ ਹੁਣ ਨਹੀਂ ਕਹਿੰਦਾ ਤੁਹਾਨੂੰ ਕਿ ਮੇਰੇ ਮਹਿਲ ਦੇ ਵਿੱਚ ਰੁਕੋ, ਪਰ ਮੈਂ ਚਾਹੁੰਦਾ ਕਿ ਇੱਕ ਦਿਨ ਪ੍ਰਸ਼ਾਦਾ ਛਕਿਆਓ ਮੇਰੇ ਮਹਿਲ ਦੇ ਵਿੱਚ, ਮੈਂ ਪ੍ਰਸ਼ਾਦਾ ਛਕਾਉਣਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੰਗਾ ਭਾਈ ਰਾਜਾ, ਅਸੀਂ ਤੇਰੇ ਇੱਕ ਦਿਨ ਪ੍ਰਸ਼ਾਦਾ ਛਕਣ ਆ ਜਾਵਾਂਗੇ, ਪਰ ਸਾਨੂੰ ਤੂੰ ਇਹ ਦੱਸ ਵੀ ਸਾਨੂੰ ਦੇਵੇਂਗਾ ਕੀ? ਉਹ ਇੱਕ ਪਰੰਪਰਾ ਹੈ ਨਾ ਗੁਰੂ ਪਿਆਰਿਓ ਦੰਦ ਕਸਾਈ ਦੀ। ਕਹਿੰਦੇ ਸਾਨੂੰ ਦੇਵੇਂਗਾ ਕੀ? ਕਹਿੰਦਾ ਮਹਾਰਾਜ ਜੋ ਤੁਸੀਂ ਚਾਹੋ, ਜੋ ਤੁਸੀਂ ਹੁਕਮ ਕਰੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ ਸਾਨੂੰ ਉਹ ਚਾਹੀਦਾ ਜਿਹੜਾ ਤੇਰਾ ਆਪਣਾ ਹੈ, ਜਿਹੜਾ ਤੇਰਾ ਖੁਦ ਦਾ। ਠੀਕ ਹੈ ਮਹਾਰਾਜ। ਕਹਿੰਦੇ ਦੱਸ ਕੀ ਦੇਵੇਂਗਾ, ਕੀ ਹੈ ਤੇਰੇ ਕੋਲੇ ਖੁਦ ਦੇਣ ਵਾਸਤੇ? ਕਹਿੰਦਾ ਮਹਾਰਾਜ ਮੈਂ ਆਪਣਾ ਰਾਜ ਭਾਗ ਦੇ ਦੂੰਗਾ। ਕਹਿੰਦੇ ਰਾਜ ਭਾਗ ਤੇਰਾ ਥੋੜੀ ਹੈ, ਤੈਨੂੰ ਤੇਰੇ ਬਾਪ ਤੋਂ ਮਿਲਿਆ, ਤੇਰੇ ਬਾਪ ਦਾ ਸੀ, ਤੇਰੇ ਤੋਂ ਬਾਅਦ ਤੇਰੇ ਪੁੱਤਰਾਂ ਦਾ ਹੋ ਜਾਣਾ, ਤੇਰਾ ਕਿੱਥੇ ਹੈ? ਕਹਿੰਦਾ ਮੈਂ ਧਨ ਦੇ ਦਿਆਂਗਾ। ਕਹਿੰਦੇ ਧਨ ਵੀ ਤੇਰਾ ਨਹੀਂ ਹੈ ਭਾਈ, ਧਨ ਵੀ ਤੇਰੇ ਤੋਂ ਪਹਿਲਾਂ ਤੇਰੇ ਬਾਪ ਦਾਦੇ ਦਾ ਸੀ, ਤੇਰੇ ਤੋਂ ਬਾਅਦ ਤੇਰੇ ਪੁੱਤਾਂ ਧੀਆਂ ਦਾ ਹੋ ਜਾਣਾ, ਤੇਰਾ ਕਿੱਥੇ? ਕਹਿੰਦਾ ਮਹਾਰਾਜ ਮੈਂ ਆਪਣਾ ਸਰੀਰ ਦੇ ਦੂੰ। ਕਹਿੰਦੇ ਭਾਈ ਸਰੀਰ ਵੀ ਤੇਰਾ ਨਹੀਂ ਗਾ, ਜੇ ਤੇਰਾ ਹੁੰਦਾ ਤੇ ਤੂੰ ਉਹਨੂੰ ਬੁੱਢਾ ਹੋਣ ਦਿੰਦਾ। ਕਹਿੰਦੇ ਮਹਾਰਾਜ ਫਿਰ ਮੈਂ ਆਪਣਾ ਮਨ ਦੇ ਦਿਆਂਗਾ। ਮਹਾਰਾਜ ਕਹਿੰਦੇ ਮਨ ਵੀ ਤੇਰਾ ਨਹੀਂ ਹੈ, ਇਹ ਵੀ ਕਹਿੰਦੇ ਕਿਤੇ ਹੋਰ ਤੁਰਿਆ ਫਿਰਦਾ ਹੈ।
ਇਹ ਵੀ ਕਿਤੇ ਹੋਰ ਤੁਰਿਆ ਫਿਰਦਾ ਹੈ, ਕੁਝ ਨਹੀਂ ਹੈ ਤੇਰਾ। ਕਹਿੰਦਾ ਮਹਾਰਾਜ ਹੇ ਸਤਿਗੁਰੂ ਜੀ, ਫਿਰ ਤੁਸੀਂ ਦੱਸੋ ਮੈਂ ਕੀ ਭੇਟ ਕਰਾਂ, ਮੇਰੇ ਕੋਲੇ ਕੀ ਹੈ ਦੇਣ ਵਾਸਤੇ ਤੁਹਾਨੂੰ, ਕੀ ਹੈ ਸਾਡੇ ਕੋਲੇ ਜੋ ਖੁਦ ਦਾ ਹੈ ਉਹ ਗੁਰੂ ਨੂੰ ਭੇਟ ਕਰ ਸਕਦੇ ਹਾਂ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਐ ਰਾਜਨ ਤੇਰੇ ਕੋਲੇ ਤੇਰਾ ਕੁਝ ਵੀ ਨਹੀਂ ਹੈ, ਨਾ ਤਨ ਤੇਰਾ, ਨਾ ਮਨ ਤੇਰਾ, ਨਾ ਧਨ ਤੇਰਾ, ਨਾ ਰਾਜ ਤੇਰਾ, ਨਾ ਦੌਲਤ ਤੇਰੀ, ਨਾ ਕਾਰੋਬਾਰ ਤੇਰਾ। ਤੇਰੇ ਕੋਲੇ ਹੈ ਤੇ ਸਿਰਫ ਤੇਰੇ ਮਨ ਦੇ ਅੰਦਰ ਪਈ ਹੋਈ ਮੈਂ ਹੈ। ਇਹ ਤੂੰ ਸਾਨੂੰ ਭੇਟ ਕਰ ਦੇ, ਮੈਂ ਭੇਟ ਕਰ ਦੇ, ਈਗੋ ਭੇਟ ਕਰ ਦੇ, ਜਿਸ ਕਾਰਨ ਤੂੰ ਕਹਿਣਾ ਮੇਰਾ ਤਾਨ, ਮੇਰਾ ਮਾਨ, ਮੇਰਾ ਧਨ, ਮੇਰਾ ਸਰੀਰ, ਮੇਰੇ ਪੁੱਤ, ਮੇਰੀਆਂ ਧੀਆਂ, ਮੇਰੀ ਜਾਇਦਾਦ, ਮੇਰੇ ਬੰਗਲੇ, ਮੇਰੀਆਂ ਕੋਠੀਆਂ, ਮੇਰੀਆਂ ਕਾਰਾਂ। ਇਹ ਕਹਿੰਦੇ ਜਿਹੜੀ ਈਗੋ ਹੈ ਨਾ, ਮੈਂ ਹੈ ਜਿਹੜੀ ਤੇਰੇ ਮਨ ਦੇ ਅੰਦਰ ਪਈ ਹੋਈ, ਸਾਨੂੰ ਇਹ ਭੇਟ ਕਰ ਦੇ, ਇਹ ਚਾਹੀਦੀ ਹੈ ਸਾਨੂੰ, ਦੇ ਸਕਦਾ ਤੂੰ? ਤੇ ਜਦੋਂ ਤੂੰ ਮੈਂ ਦੇ ਦਿੱਤੀ ਫਿਰ ਤੇਰਾ ਕੁਝ ਵੀ ਨਹੀਂ ਰਹਿਣਾ, ਫਿਰ ਗੁਰੂ ਤੇਰਾ ਤੇ ਤੂੰ ਗੁਰੂ ਦਾ, ਫਿਰ ਗੁਰੂ ਤੇਰਾ ਤੇ ਤੂੰ ਗੁਰੂ ਦਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇਹ ਤਾਨ ਮਾਨ ਧਨ ਤਦੇ ਦਿੱਤਾ ਜਾ ਸਕਦਾ ਹੈ ਪਰਮੇਸ਼ਵਰ ਨੂੰ, ਜੇ ਗੁਰੂ ਪਿਆਰਿਓ ਮੇਰਾ ਤਾਨ, ਮੇਰਾ ਮਾਨ, ਮੇਰਾ ਧਨ ਕਹਿਣ ਵਾਲੀ ਮੈਂ ਗੁਰੂ ਪਿਆਰਿਓ ਦੇ ਦਈਏ। ਤਾਂ ਗੁਰੂ ਇੱਕੋ ਹੀ ਚੀਜ਼ ਮੰਗਦਾ ਹੈ ਗੁਰੂ ਪਿਆਰਿਓ ਸਿੱਖ ਤੋਂ, ਔਰ ਉਹ ਹੈ ਮੈਂ, ਹਉ ਮੈਂ, ਜਿਹਨੂੰ ਅਸੀਂ ਕਹਿੰਦੇ ਹਉ ਮੈਂ। ਹਉ ਦਾ ਅਰਥ ਵੀ ਹੁੰਦਾ ਮੈਂ, ਤੇ ਮੈਂ ਦਾ ਅਰਥ ਵੀ ਹੈ ਮੈਂ, ਭਾਵ ਕਿ ਮੈਂ ਜਾਂ ਮੈਂ ਮੇਰੀ ਦੀ ਭਾਵਨਾ। ਜੇ ਇਹ ਗੁਰੂ ਪਿਆਰਿਓ ਪਰਮੇਸ਼ਵਰ ਨੂੰ ਸੌਂਪ ਦਈਏ ਤੇ ਫਿਰ ਟੋਟਲੀ ਸਮਰਪਣ ਗੁਰੂ ਪਿਆਰਿਓ ਹੋ ਜਾਂਦਾ ਹੈ। ਵਰਨਾ ਸਮਰਪਣ ਹੋਣਾ ਇਹ ਬਹੁਤ ਔਖਾ ਹੈ ਗੁਰੂ ਪਿਆਰਿਓ, ਬਹੁਤ ਔਖਾ। ਤੇ ਭੱਟ ਸਾਹਿਬ ਇੱਥੇ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇੱਕ ਮਨ ਹੋ ਕੇ ਭਗਤੀ ਕੀਤੀ, ਕੇਵਲ ਭਗਤੀ ਨਹੀਂ ਕੀਤੀ ਬਲਕਿ ਤਾਨ ਮਾਨ ਧਨ ਗੋਬਿੰਦ ਦਿਓ, ਇਹ ਗੋਬਿੰਦ ਨੂੰ ਦੇ ਦਿੱਤਾ, ਮਾਲਕ ਨੂੰ ਦੇ ਦਿੱਤਾ, ਵਾਹਿਗੁਰੂ ਨੂੰ ਦੇ ਦਿੱਤਾ। ਇਹ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਬਾਰੇ ਭੱਟ ਜੀ ਨੇ ਸਾਨੂੰ ਸਮਝਾਇਆ। ਹੁਣ ਦੂਜੀ ਪੰਕਤੀ 'ਚ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਰੇ ਦੱਸਦੇ ਨੇ, ਕੀ ਦੱਸਦੇ ਨੇ, ਧਿਆਨ ਦੇਣਾ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਹੀਓ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੀ ਕੀਤਾ? ਕਹਿੰਦੇ ਅੰਗਦ, ਇੱਥੇ ਅੰਗਦ ਦੇ ਫਿਰ ਦੱਦੇ ਨੂੰ ਸਿਹਾਰੀ ਲੱਗੀ ਹੈ। ਗੁਰੂ ਅੰਗਦ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਕੀ ਕੀਤਾ? ਅਨੰਤ ਮੂਰਤ ਨਿਜ ਧਾਰੀ। ਅਨੰਤ ਮੂਰਤ, ਇੱਥੇ ਮੂਰਤ ਦਾ ਅਰਥ ਕੀ ਹੈ ਗੁਰੂ ਪਿਆਰਿਓ? ਹੁਣ ਮੂਰਤ ਦੇ ਇੱਥੇ ਤੱਤੇ ਨੂੰ ਸਿਹਾਰੀ ਲੱਗੀ ਹੈ। ਹੁਣ ਪੜ੍ਹਦੇ ਆਪਾਂ ਮੂਰਤ ਹੈ ਲੇਕਿਨ ਅਰਥ ਹੈ ਮੂਰਤੀ। ਜਿਵੇਂ ਭਗਤ ਤੱਤੇ ਨੂੰ ਸਿਹਾਰੀ ਹੈ ਤੇ ਅਰਥ ਹੈ ਭਗਤੀ, ਧਰਤ ਤੱਤੇ ਨੂੰ ਸਿਹਾਰੀ ਹੈ ਲੇਕਿਨ ਅਰਥ ਹੈ ਧਰਤੀ, ਇਵੇਂ ਮੂਰਤ ਦੇ ਤੱਤੇ ਨੂੰ ਸਿਹਾਰੀ ਹੈ। ਕਿਉਂਕਿ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਜਦੋਂ ਅਸੀਂ ਮੂਰਤੀ ਲਿਖਾਂਗੇ ਨਾ, ਉਹ ਤੌ ਨੂੰ ਸਿਹਾਰੀ ਦੇ ਨਾਲ ਲਿਖਾਂਗੇ, ਤਾਂ ਇਹ ਸ਼ਬਦ ਉੱਥੋਂ ਆਇਆ। ਇਸ ਕਰਕੇ ਇਹਨਾਂ ਨੇ ਮੂਲਕ ਅੰਕ ਵਜੋਂ ਸਤਿਗੁਰਾਂ ਨੇ ਇਹ ਸਿਹਾਰੀ ਲਾਈ ਹੈ। ਹੁਣ ਇੱਥੇ ਮੂਰਤੀ ਦਾ ਅਰਥ ਕੀ ਹੈ? ਹੁਣ ਇੱਥੇ ਮੂਰਤੀ ਦਾ ਅਰਥ ਗੁਰੂ ਪਿਆਰਿਓ ਸਰੂਪ। ਸਰੂਪ, ਵੈਸੇ ਕਈ ਮੂਰਤੀ ਨੂੰ ਸਰੂਪ ਵੀ ਕਹਿਣ ਲੱਗ ਪਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੋਟੋ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸਰੂਪ, ਗੁਰੂ ਨਾਨਕ ਸਾਹਿਬ ਦਾ ਸਰੂਪ। ਆ ਭਾਈ ਫਲਾਣੇ ਬੰਦੇ ਦਾ ਸਰੂਪ, ਫਲਾਣੇ ਸੰਤ ਦਾ ਸਰੂਪ। ਫੋਟੋਆਂ ਨੂੰ ਵੀ ਗੁਰੂ ਪਿਆਰਿਓ ਸਰੂਪ ਕਹਿਣ ਲੱਗ ਪਏ ਨੇ। ਸਰੂਪ, ਤਾਂ ਇੱਥੇ ਮੂਰਤੀ ਦਾ ਅਰਥ ਹੈ ਸਰੂਪ। ਕਹਿੰਦੇ ਅੰਗਦ, ਗੁਰੂ ਅੰਗਦ ਦੇਵ ਜੀ ਨੇ ਅਨੰਤ ਮੂਰਤ ਨਿਜ ਧਾਰੀ, ਅਨੰਤ ਸਰੂਪ ਨਿਜ ਆਤਮੇ ਧਾਰਨ ਕਰ ਲਿਆ। ਅਨੰਤ ਸਰੂਪ। ਹੁਣ ਅਨੰਤ ਸਰੂਪ ਕੀ ਹੁੰਦਾ ਹੈ? ਅਨੰਤ ਮੂਰਤ ਕੀ ਹੁੰਦੀ ਹੈ ਗੁਰੂ ਪਿਆਰਿਓ? ਕਮਾਲ ਦੀ ਗੱਲ ਹੈ ਨਾ। ਅਨੰਤ, ਅਨੰਤ ਦਾ ਅਰਥ ਹੁੰਦਾ ਗੁਰੂ ਪਿਆਰਿਓ ਜਿਹਦਾ ਕੋਈ ਅੰਤ ਨਹੀਂ ਹੈ। ਹੁਣ ਐਸਾ ਸਰੂਪ ਧਾਰਨਾ ਜਿਹਦਾ ਕੋਈ ਅੰਤ ਹੀ ਨਹੀਂ ਹੈ। ਸੁਭਾਵਿਕ ਗੁਰੂ ਪਿਆਰਿਓ ਆਹ ਮੂਰਤੀ ਤਾਂ ਨਹੀਂ ਨਾ ਹੋ ਸਕਦੀ, ਕਿਉਂਕਿ ਇਹਦਾ ਤਾਂ ਅੰਤ ਹੈ। ਮੂਰਤੀ ਹੈ ਜਾਂ ਬੰਦੇ ਦਾ ਸਰੂਪ ਹੈ, ਇਹ ਸ਼ੁਰੂ ਵੀ ਹੁੰਦਾ ਤੇ ਖਤਮ ਵੀ ਹੁੰਦਾ। ਪੈਰਾਂ ਤੋਂ ਸ਼ੁਰੂ ਹੋ ਕੇ ਸਿਰ ਤੇ ਖਤਮ ਹੋ ਜਾਂਦਾ ਹੈ। ਇਸ ਬਾਂਹ ਤੋਂ ਸ਼ੁਰੂ ਹੁੰਦਾ ਹੈ, ਉਸ ਬਾਂਹ ਤੇ ਖਤਮ ਹੋ ਜਾਂਦਾ ਹੈ। ਇਹ ਅਨੰਤ ਥੋੜੀ ਹੈ, ਇਹ ਅਨੰਤ ਥੋੜੀ ਹੈ ਗੁਰੂ ਪਿਆਰਿਓ। ਇਹ ਤਾਂ ਅੰਤ ਹੈ ਨਾ, ਅੰਤ ਵਾਲਾ ਹੈ।
वैसे भी ਇਹਦਾ ਅੰਤ ਹੋ ਜਾਂਦਾ ਤੇ ਇਹਦੀਆਂ ਹੱਦਾਂ ਵੀ ਨੇ ਸਰੂਪ ਦੀਆਂ। ਮੂਰਤੀ ਦੀਆਂ ਹੱਦਾਂ ਹੁੰਦੀਆਂ ਨੇ, ਸਰੂਪ ਦੀਆਂ ਹੱਦਾਂ ਹੁੰਦੀਆਂ ਨੇ। ਜਿਹੜੇ ਦੁਨੀਆ 'ਚ ਅਸੀਂ ਦੇਖਦੇ ਹਾਂ ਚਿੱਤਰ, ਇਹਨਾਂ ਦੀਆਂ ਵੀ ਹੱਦਾਂ ਹੁੰਦੀਆਂ ਨੇ। ਪਰ ਇੱਥੇ ਭੱਟ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਨੇ ਅਨੰਤ ਮੂਰਤ ਨਿਜ ਧਾਰੀ, ਅਨੰਤ ਸਰੂਪ ਧਾਰਨ ਕਰ ਲਿਆ ਆਪਣੇ ਨਿਜਾਤ में, ਅਨੰਤ ਸਰੂਪ। ਇਹ ਬੜੀ ਗੁਰੂ ਪਿਆਰਿਓ ਵਿਸਮਾਦਮਈ ਵਿਆਖਿਆ ਹੈ। ਬੜਾ ਸ਼ਬਦਾਂ ਤੋਂ ਪਰੇ ਗੁਰੂ ਪਿਆਰਿਓ ਇਹ ਕਥਨ ਹੈ ਭਗਤ ਭੱਟ ਜੀ ਨੇ ਜਿਹੜਾ ਬੋਲਿਆ। ਤੇ ਜਿਹੜੀ ਅਵਸਥਾ ਗੁਰੂ ਅੰਗਦ ਦੇਵ ਜੀ ਨੇ ਧਾਰੀ ਅਨੰਤ ਮੂਰਤ ਵਾਲੀ, ਉਹਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਹੀ ਗੁਰੂ ਪਿਆਰਿਓ ਬਹੁਤ ਕਠਿਨ ਹੈ। ਲਫ਼ਜ਼ਾਂ 'ਚ ਬਿਆਨ ਹੀ ਨਹੀਂ ਹੋ ਸਕਦੀ। ਇੱਕ ਅਵਸਥਾ ਦੀ ਗੱਲ ਕਰ ਰਹੇ ਨੇ ਗੁਰੂ ਪਿਆਰਿਓ ਕਿ ਇੱਕ ਅਵਸਥਾ ਉਹਨਾਂ ਨੇ ਧਾਰ ਲਈ ਜਿਹੜੀ ਅਨੰਤ ਹੈ, ਜਿਹੜੀ ਵਿਸਮਾਦ ਰੂਪ ਹੈ, ਜਿਹਦੀਆਂ ਕੋਈ ਹੱਦਾਂ ਨਹੀਂ ਹੈ, ਜਿਹਦੀ ਕੋਈ ਸੀਮਾ ਨਹੀਂ ਹੈ, जिदा कोई काल नहीं है, कोई स्पेस नहीं है। ऐसी अवस्था गुरु अंगद देव जी महाराज ने धारण कर ली। अगम ज्ञान रस रस्याओ हियाओ, हियाओ का मतलब है हृदय के अंदर। अगम ज्ञान रस, अगम, अगम का मतलब की है गुरु प्यारियो? अगम का मतलब होता है अपहुंच, जिस तक साडी पहुंच ना होवे, जिस तक साडी पहुंच ना होवे। साडी पहुंच ना होवे दा मतलब की है? साडी पहुंच ना होवे दा मतलब है कि जिस तक साडे ज्ञान इंद्रे ना पहुंच सकते होण, उहनूं कहंदे ने अगम। अगम कहंदे ने उसनूं, भाव अखां देख ना सकदियां होण, ਕੰਨ सुन ना सकदे होण, जीभ चख ना सकदी होवे, हथ स्पर्श ना कर सकते होण ते नक सुंघ ना सके। वैसे ਜਿਹੜੇ ਪਦਾਰਥਵਾਦੀ ਨੇ ਨਾ ਗੁਰੂ ਪਿਆਰਿਓ, ਮਟੀਰੀਅਲਿਸਟ ਲੋਕ, ਉਹ ਕਹਿੰਦੇ ਜਿਹਨੂੰ ਦੇਖਿਆ ਨਹੀਂ ਜਾ ਸਕਦਾ, ਜਿਹਨੂੰ ਸੁਣਿਆ ਨਹੀਂ ਜਾ ਸਕਦਾ, ਜਿਹਨੂੰ ਸੁੰਘਿਆ ਨਹੀਂ ਜਾ ਸਕਦਾ, ਜਿਹਨੂੰ ਛੂਇਆ ਨਹੀਂ ਜਾ ਸਕਦਾ, ਉਹਦੀ ਹੋਂਦ ਹੀ ਕੋਈ ਨਹੀਂ। ਪਰ ਜਿਹੜੇ ਅਧਿਆਤਮਕਵਾਦੀ ਧਰਮੀ ਪੁਰਖ ਨੇ ਉਹ ਇਹ ਮੰਨਦੇ ਨੇ ਕਿ ਇੱਕ ਚੀਜ਼ ਹੈ ਸੰਸਾਰ ਦੇ ਅੰਦਰ, ਇੱਕ ਚੀਜ਼ ਹੈ ਜਿਹੜੀ ਨਾ ਵੇਖੀ ਜਾ ਸਕਦੀ ਹੈ, ਨਾ ਸੁਣੀ ਜਾ ਸਕਦੀ ਹੈ, ਨਾ ਸੁੰਘੀ ਜਾ ਸਕਦੀ ਹੈ, ਨਾ ਛੂਈ ਜਾ ਸਕਦੀ ਹੈ, ਲੇਕਿਨ ਉਹ ਹੈ, ਔਰ ਉਹ ਹੈ ਵਾਹਿਗੁਰੂ। ਉਹ ਹੈ ਕਰਤਾਰ, ਪਰਮੇਸ਼ਵਰ। ਪਰਮੇਸ਼ਵਰ ਦਾ ਗਿਆਨ, ਪਰਮੇਸ਼ਵਰ ਦਾ ਗਿਆਨ, ਪਰਮੇਸ਼ਵਰ, ਪਰਮੇਸ਼ਵਰ ਦਾ ਨਾਮ ਉਹ ਹੈ। ਤੇ ਅਗਮ ਗਿਆਨ ਦਾ ਮਤਲਬ ਕੀ ਹੈ? ਅਗਮ ਗਿਆਨ ਦਾ ਮਤਲਬ ਇਹ ਹੈ ਉਸ ਵਾਹਿਗੁਰੂ ਦਾ ਗਿਆਨ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਉਹਦਾ ਰਸ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਵਿੱਚ ਰਸਿਆ ਗਿਆ। ਕੌਣ ਕਹਿ ਰਿਹਾ? ਭੱਟ ਜੀ ਕਹਿ ਰਹੇ ਨੇ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਆਓ ਹੀਆਓ। ਰਸ, ਰਸ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਨਿਚੋੜ, ਰਸ। ਅਸ ਤਾਂ ਜਿਹੜੇ ਫਰੂਟਸ ਹੁੰਦੇ ਨੇ ਇਹਨਾਂ ਦੇ ਰਸ ਨੂੰ ਜਾਣਦੇ ਆ ਨਾ। ਸ਼ਬਦਾਂ ਦਾ ਰਸ ਵੀ ਹੁੰਦਾ ਹੈ, ਕਵਿਤਾ ਦਾ ਰਸ ਵੀ ਹੁੰਦਾ ਹੈ, ਕਥਾ ਦਾ ਰਸ ਵੀ ਹੈ, ਨਾਮ ਦਾ ਰਸ ਵੀ ਹੈ, ਬੰਦਗੀ ਦਾ ਰਸ ਵੀ ਹੈ। ਮਤਲਬ ਜਿਹੜੀ ਚੀਜ਼ 'ਚੋਂ ਆਨੰਦ ਆਉਣ ਲੱਗ ਜਾਏ। ਭਗਤੀ ਕਰਦੇ ਹਾਂ, ਜੇ ਭਗਤੀ ਦਾ ਆਨੰਦ ਆਉਂਦਾ ਹੈ ਤੇ ਉਹ ਭਗਤੀ ਦਾ ਰਸ ਹੈ। ਨਿਤਨੇਮ ਕਰਦੇ ਹਾਂ, ਜੇ ਨਿਤਨੇਮ ਦਾ ਆਨੰਦ ਆਉਂਦਾ ਤੇ ਉਹ ਨਿਤਨੇਮ ਦਾ ਰਸ ਹੈ। ਕਥਾ ਸੁਣਦੇ ਹਾਂ, ਜੇ ਕਥਾ ਦਾ ਰਸ ਆਉਂਦਾ ਤੇ ਆਨੰਦ ਆਉਂਦਾ ਤੇ ਉਹ ਕਥਾ ਦਾ ਰਸ ਹੈ। ਤਾਂ ਇੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਅੰਦਰ, ਹੀਓ ਦਾ ਮਤਲਬ ਹੁੰਦਾ ਹਿਰਦਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਦੇ ਅੰਦਰ ਕਿਹੜਾ ਰਸ ਆ ਗਿਆ? ਕਿਹੜਾ ਰਸ ਰਸਿਆ ਗਿਆ? ਅਗਮ ਗਿਆਨ, ਉਸ ਪਰਮੇਸ਼ਵਰ ਦੇ ਅਪਹੁੰਚ ਗਿਆਨ ਦਾ ਰਸ, ਜਿਹੜਾ ਗਿਆਨ ਇੰਦਰੀਆਂ ਦੀ ਪਕੜ ਤੋਂ ਦੂਰ ਹੈ। ਪਰ ਕਦੋਂ ਆਇਆ? ਕਹਿੰਦੇ ਅੰਗਦ ਅਨੰਤ ਮੂਰਤ ਨਿਜ ਧਾਰੀ। ਜਦੋਂ ਗੁਰੂ ਅੰਗਦ ਦੇਵ ਜੀ ਨੇ ਉਹ ਅਨੰਤ ਅਵਸਥਾ ਬਣਾ ਲਈ, ਅਨੰਤ ਅਵਸਥਾ ਬਣਾ ਲਈ। ਇਹਨੂੰ ਹੁਣ ਗੁਰੂ ਪਿਆਰਿਓ ਤੁਸੀਂ ਸੱਚਖੰਡ ਦੀ ਅਵਸਥਾ ਕਹਿ ਲਓ, ਬ੍ਰਹਮ ਗਿਆਨ ਦੀ ਅਵਸਥਾ ਕਹਿ ਲਓ, ਇਸ ਨੂੰ ਪਰਮ ਪਦ ਦੀ ਅਵਸਥਾ ਕਹਿ ਲਓ, ਇਹਨੂੰ ਚੌਥੇ ਪਦ ਦੀ ਅਵਸਥਾ ਕਹਿ ਲਓ, ਜੋ ਮਰਜ਼ੀ ਨਾਮ ਦੇ ਦਿਓ। ਉਹ ਅਵਸਥਾ ਜਿਹੜੀ ਕਥਨ ਤੋਂ ਪਰੇ ਹੈ। ਇਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਰੇ ਜ਼ਿਕਰ ਕਰਦੇ ਨੇ ਭੱਟ ਸਾਹਿਬ। ਹੁਣ ਤੀਸਰੀ ਪੰਕਤੀ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਜ਼ਿਕਰ ਕਰਦੇ ਨੇ। ਕੀ ਦੱਸਦੇ ਨੇ ਗੁਰੂ ਪਿਆਰਿਓ? ਧਿਆਨ ਦਿਓ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ।
ਇੱਥੇ ਕਮਾਲ ਦੀ ਗੱਲ ਦੇਖਣਾ, ਗੁਰ ਅਮਰਦਾਸ, ਗੁਰ ਦੇ ਰਾਰੇ ਨੂੰ ਸਿਹਾਰੀ, ਅਮਰਦਾਸ ਦਾਸ ਦੇ ਸੱਸੇ ਨੂੰ ਸਿਹਾਰੀ। ਅਰਥ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਜਿਵੇਂ ਅੰਗਦ ਦੇ ਦੱਦੇ ਨੂੰ ਸਿਹਾਰੀ ਗੁਰੂ ਅੰਗਦ ਦੇਵ ਜੀ ਨੇ, ਸਤਿਗੁਰ ਨਾਨਕ, ਸਤਿਗੁਰ ਦੇ ਰਾਰੇ ਨੂੰ ਤੇ ਨਾਨਕ ਦੇ ਕੱਕੇ ਨੂੰ ਸਿਹਾਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਭਗਤੀ ਕੀਤੀ। ਅੰਗਦ ਅਨੰਤ ਮੂਰਤ ਨਿਜ ਧਾਰੀ, ਗੁਰੂ ਅੰਗਦ ਦੇਵ ਜੀ ਨੇ ਅਨੰਤ ਮੂਰਤ ਧਾਰਨ ਕੀਤੀ। ਤੇ ਗੁਰੂ ਅਮਰਦਾਸ ਜੀ ਨੇ ਕੀ ਕੀਤਾ? ਕਰਤਾਰ ਕੀਓ ਵਸ। ਦੇਖੋ ਕਿੰਨੀ ਪਿਆਰੀ ਗੱਲ ਕੀਤੀ ਹੈ, ਕਹਿੰਦੇ ਕਰਤਾਰ ਨੂੰ ਵਸ ਦੇ ਵਿੱਚ ਕਰ ਲਿਆ, ਕਰਤਾਰ ਨੂੰ ਵਸ ਦੇ ਵਿੱਚ ਕਰ ਲਿਆ। ਹੁਣ ਕਰਤਾਰ ਨੂੰ ਗੁਰੂ ਪਿਆਰੇ ਵਸ ਦੇ ਵਿੱਚ ਕੀਤਾ ਜਾ ਸਕਦਾ ਹੈ? ਬਿਲਕੁਲ ਕੀਤਾ ਜਾ ਸਕਦਾ ਹੈ। ਉਹ ਭਗਤਾਂ ਦੇ ਵਸ ਦੇ ਵਿੱਚ ਆ ਜਾਂਦਾ ਹੈ। ਜਿਸ ਦੇ ਸਾਰਾ ਸੰਸਾਰ ਵਸ ਦੇ ਵਿੱਚ ਹੈ, ਉਹ ਕੇਵਲ ਭਗਤਾਂ ਦੇ ਵਸ ਹੀ ਆਉਂਦਾ। ਗੁਰੂ ਪਿਆਰੇ ਹੋਰ ਦੇ ਵਸ ਨਹੀਂ ਆਉਂਦਾ, ਉਹ ਹੋਰ ਦੇ ਵਸ ਨਹੀਂ ਆਉਂਦਾ। ਤੇ ਉਸ ਨੂੰ ਵਸ ਵਿੱਚ ਕਰਨ ਤੋਂ ਪਹਿਲਾਂ ਆਪਣੇ ਮਨ ਨੂੰ ਵਸ ਵਿੱਚ ਕਰਨਾ ਜ਼ਰੂਰੀ ਹੁੰਦਾ। ਜਿਹੜਾ ਆਪਣੇ ਮਨ ਨੂੰ ਕਾਬੂ, ਮਨ ਨੂੰ ਵਸ ਵਿੱਚ ਕਰ ਲੈਂਦਾ, ਸਮਝ ਲਓ ਕਰਤਾਰ ਵਸ ਹੋ ਜਾਂਦਾ। ਮਨ ਜੀਤਾ ਹੈ ਜਗ ਜੀਤ। ਮਨ ਨੂੰ ਜਿੱਤਣ ਦੇ ਨਾਲ ਜਗਤ ਜਿੱਤਿਆ ਜਾਂਦਾ ਹੈ। ਕਿਵੇਂ ਜਗਤ ਜਿੱਤਿਆ ਜਾਂਦਾ ਹੈ? ਕਿਉਂਕਿ ਮਨ ਕਾਬੂ ਆ ਜਾਂਦਾ ਹੈ। ਮਨ ਨਹੀਂ ਨਾ ਜਿੱਤਿਆ ਗਿਆ ਤੇ ਫਿਰ ਜਗਤ ਨੂੰ ਜਿੱਤਣਾ, ਵਾਹਿਗੁਰੂ ਨੂੰ ਜਿੱਤਣਾ, ਇਹ ਤਾਂ ਗੁਰੂ ਪਿਆਰਿਓ ਬਹੁਤ ਦੂਰ ਦੀਆਂ ਖੇਡਾਂ ਨੇ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ ਭੱਟ ਸਾਹਿਬ, ਕਹਿੰਦੇ ਗੁਰ ਅਮਰਦਾਸ ਕਰਤਾਰ ਕੀਓ ਵਸ। ਗੁਰੂ ਅਮਰਦਾਸ ਜੀ ਨੇ ਪਰਮੇਸ਼ਵਰ ਨੂੰ ਵਸ ਦੇ ਵਿੱਚ ਕਰ ਲਿਆ। ਤੇ ਜਦੋਂ ਕਰਤਾਰ ਵਸ ਦੇ ਵਿੱਚ ਆਇਆ, ਕਹਿੰਦੇ ਵਾਹੋ ਵਾਹੋ ਕਰ ਧਿਆਇਓ। ਵਾਹੋ ਕੀ ਹੈ ਗੁਰੂ ਪਿਆਰਿਓ? ਵਾਹੋ ਜਿਹੜਾ ਸ਼ਬਦ ਹੈ ਨਾ, ਇਹ ਅਰਥਾਂ ਤੋਂ ਪਰੇ ਹੀ ਹੈ। ਇਹ ਇੱਕ ਵਿਸਮਾਦੀ ਅਵਸਥਾ ਦਾ ਸੂਚਕ ਹੈ। ਜਿਵੇਂ ਅਚਾਨਕ ਹੀ ਗੁਰੂ ਪਿਆਰਿਓ ਕੋਈ ਬੰਦਾ ਕਿਸੇ ਪਹਾੜ ਦੇ ਵਿੱਚ ਜਾਂਦਾ ਹੈ, ਕਦੇ ਪਹਾੜ 'ਚ ਨਹੀਂ ਗਿਆ ਲੇਕਿਨ ਉਹ ਕਦੇ ਪਹਾੜ 'ਚ ਜਾਂਦਾ ਹੈ, ਔਰ ਖੂਬਸੂਰਤ ਇੱਕ ਦ੍ਰਿਸ਼ ਉਹਦੇ ਸਾਹਮਣੇ ਆਉਂਦਾ ਹੈ ਤੇ ਉਹਦੇ ਮੁਖ 'ਚੋਂ ਸੁਭਾਈ ਕੇ ਨਿਕਲਦਾ ਹੈ ਵਾਹ। ਜਿਹੜਾ ਕਦੇ ਗੁਰੂ ਪਿਆਰਿਓ ਬੰਗਲਾ ਸਾਹਿਬ ਨਹੀਂ ਆਇਆ, ਜ਼ਿੰਦਗੀ 'ਚ ਕੋਈ ਗੈਰ ਸਿੱਖ ਹੈ, ਕਦੇ ਬੰਗਲਾ ਸਾਹਿਬ ਨਹੀਂ ਆਇਆ, ਉਹ ਬੰਗਲਾ ਸਾਹਿਬ ਆਵੇ। ਜਦੋਂ ਹੀ ਗੁਰੂ ਪਿਆਰਿਓ ਦਰਸ਼ਨੀ ਡਿਉੜੀ ਤੋਂ ਅੰਦਰ ਦਰਬਾਰ ਦੇ ਅੰਦਰ ਦਾਖਲ ਹੋਵੇ, ਆਸੇ ਪਾਸੇ ਸੁਨਹਿਰੀ ਜਿਹੜਾ ਸੋਨਾ ਹੈ ਪੱਬਿਆ ਮਾਰਦਾ ਉਹਦੀਆਂ ਅੱਖਾਂ ਦੇ ਵਿੱਚ ਚੁੱਭੇ ਤੇ ਇੱਕਦਮ ਹੀ ਉਹਦੇ ਮੁਖੋਂ ਆਵਾਜ਼ ਨਿਕਲੇ ਵਾਹ ਕਿਆ ਦਰਬਾਰ ਹੈ। ਇਹ ਹੈ ਗੁਰੂ ਪਿਆਰਿਓ ਵਿਸਮਾਦ ਪ੍ਰਗਟ, ਹੈਰਾਨੀਜਨਕ। ਸਾਡੇ ਅੰਦਰ ਜਦੋਂ ਹੈਰਾਨਗੀ ਪੈਦਾ ਹੁੰਦੀ ਹੈ ਨਾ, ਹੈਰਾਨਗੀ, ਤੇ ਉਹਨੂੰ ਪ੍ਰਗਟ ਕਰਨ ਵਾਲਾ ਜਿਹੜਾ ਸ਼ਬਦ ਹੈ ਉਹ ਕੇਵਲ ਇੱਕੋ ਹੀ ਹੈ, ਵਾਹ ਵਾਹ। ਸਾਡੇ ਅੰਦਰਲੇ ਵਿਸਮਾਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਜਿਹੜਾ ਹੈ ਇਹ ਵਾਹ ਹੈ। ਤੇ ਇੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕੀ ਕਹਿੰਦੇ ਨੇ ਭੱਟ ਸਾਹਿਬ? ਕਹਿੰਦੇ ਗੁਰੂ ਅਮਰਦਾਸ ਜੀ ਨੇ ਵਾਹਿਗੁਰੂ ਨੂੰ ਵਸ ਵਿੱਚ ਕਰ ਲਿਆ ਤੇ ਫਿਰ ਉਸ ਨੂੰ ਵਾਹ ਵਾਹ ਕਹਿ ਕੇ ਧਿਆਇਆ। ਵਾਹ ਵਾਹ ਇਹ ਕੇਵਲ ਜ਼ੁਬਾਨ ਤੋਂ ਹੀ ਪ੍ਰਗਟ ਨਹੀਂ ਕੀਤਾ ਵਾਹ ਵਾਹ, ਬਲਕਿ ਉਸ ਦਾ ਅਨੰਤ ਰੂਪ, ਉਸ ਦਾ ਅਗੰਮ ਰੂਪ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ, ਔਰ ਉਸ ਨੂੰ ਮਹਿਸੂਸ ਕਰਦਿਆਂ, ਅਨੁਭਵ ਕਰਦਿਆਂ, ਜਦੋਂ ਵਸ ਵਿੱਚ ਆਇਆ ਉਸ ਨੂੰ ਅਨੁਭਵ ਕਰਦਿਆਂ, ਉਸ ਨੂੰ ਗੁਰੂ ਪਿਆਰਿਓ ਮਹਿਸੂਸ ਕਰਦਿਆਂ ਤੇ ਸੁਤੇ ਸਿੱਧ ਫਿਰ ਮੁੱਖੋਂ ਇੱਕੋ ਹੀ ਸ਼ਬਦ ਬਾਰ-ਬਾਰ ਨਿਕਲਦਾ ਗਿਆ ਵਾਹ 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 ਵਾਹ। ਜਦੋਂ ਗੁਰੂ ਦੀ ਗੁਰੂ ਪਿਆਰਿਓ ਅਗੰਮੀ ਸ਼ਕਤੀ ਸਿੱਖ ਦੇ ਮਨ ਦੇ ਵਿੱਚ ਅਹਿਸਾਸ ਦੇ ਰੂਪ ਦੇ ਵਿੱਚ ਜਾਗਦੀ ਹੈ ਨਾ, ਅਨੁਭਵ ਹੁੰਦੀ ਹੈ, ਤੇ ਫਿਰ ਉਹਦੇ ਮੂੰਹੋਂ ਇੱਕੋ ਹੀ ਸ਼ਬਦ ਨਿਕਲਦਾ ਹੈ ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹ ਗੁਰੂ ਵਾਹ। ਜਦੋਂ ਗੁਰੂ ਪਿਆਰਿਓ ਅਚਾਨਕ ਹੀ ਹਰ ਮਨੁੱਖ ਦੀ ਜ਼ਿੰਦਗੀ 'ਚ ਗੁਰੂ ਪਿਆਰਿਓ ਚਮਤਕਾਰ ਵਾਪਰਦੇ ਨੇ, ਕੁਝ ਐਸੀਆਂ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਨੂੰ ਇਨਸਾਨ ਜਿਹੜਾ ਹੈ ਉਹ ਅਸਰਜਤਾ ਦੇ ਨਾਲ ਦੇਖਦਾ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਜਿਹਦਾ ਗੁਰੂ ਤੇ ਭਰੋਸਾ ਹੈ, ਉਹਦੀ ਜ਼ਿੰਦਗੀ 'ਚ ਗੁਰੂ ਵਰਤਦਾ ਹੈ। ਕੋਈ ਕਾਰ ਝਟਕ ਜਾਂਦਾ ਹੈ, ਕੋਈ ਕੁਛ ਹੋ ਜਾਂਦਾ ਹੈ, ਗੁਰੂ ਅੱਗੇ ਅਰਦਾਸ ਕਰਕੇ ਸਿੱਖ ਗੁਰੂ ਪਿਆਰਿਓ ਜਦੋਂ ਜਾਂਦਾ ਹੈ ਤੇ ਅਚਾਨਕ ਹੀ ਇੱਕ ਕ੍ਰਿਸ਼ਮਾ ਹੁੰਦਾ ਹੈ ਉਹਦਾ, ਉਸ ਕ੍ਰਿਸ਼ਮੇ ਦੇ ਦੁਆਰਾ ਕਾਰਜ ਰਾਸ ਹੋ ਜਾਂਦਾ ਹੈ ਤੇ ਫਿਰ ਉਹਦੇ ਮੂੰਹੋਂ ਜਿਹੜਾ ਸ਼ਬਦ ਨਿਕਲਦਾ ਕਹਿੰਦੇ ਵਾਹ ਗੁਰੂ, ਗੁਰੂ ਤੂੰ ਵਾਹ ਹੈ, ਧੰਨ ਹੈ ਗੁਰੂ ਤੂੰ, ਹੋ ਗਿਆ ਕੰਮ ਮੇਰਾ, ਕਮਾਲ ਹੋ ਗਈ ਹੈ, ਕੀ ਬਿੱਦ ਬਣ ਗਈ, ਕੀ
कला खेडी गई है कि मेरे ये कारज रास हो गए ने। तो उस वक्त जो गुरु की ज़ाहरा शक्ति नूं सिख प्रतख गुरु प्यारिओ जिहड़ा है वो अनुभव करता है, तो उदों उसके मुखों शब्द निकलता है वाह। हुण साडे ते कदे कदे हुंदा है, पर धन गुरु अमरदास जी महाराज तो हमेशा ही गुरु प्यारिओ गुरु की कला नूं, गुरु के कौतुकां नूं अनुभव करते हैं, परमेश्वर की कला नूं, परमेश्वर के कौतुकां नूं अनुभव करते हैं। इस करके उन्हां दे मुखार बिंद तो हमेशा ही वाह 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 ही निकलदा पिया। ये भट्ट जी कह रहे हैं, दस रहे हैं, कहंदे अमरदास करतार कियो वस, वाह वाह कर ध्यायो। वाह वाह कह के श्री गुरु अमरदास जी ने वाह ध्याया। किनू ध्याया? उस करतार नूं जिहड़ा वस कर लिया। किहदे वस कर लिया? अपने मन वस कर लिया, अपने हिरदे च पा लिया। देखो गुरु प्यारिओ, एक आश्चर्यता भरी बात है। कोई पूछे सिख नूं कि परमेश्वर किथे है, वो कहंदा है अंदर है। फिर कहंदे मिलना किने है? आत्मा ने मिलना है, मैं मिलना है, आत्मा ने मिलना है। आत्मा किथे है? वो भी अंदर है। ते जदों आत्मा भी अंदर है, परमात्मा भी अंदर है, फिर दोवें मिलते क्यों नहीं आपस च? आपस च क्यों नहीं मिलते? बड़ा सोहना गुरु प्यारिओ गुरबाणी ने सानू इस बाबत समझाया। वो कहंदे ठीक है, धन पिर का एक ही संग वासा। ये बोलने गुरु प्यारिओ गुरबाणी दे, कहंदे धन पिर का एक ही संग वासा। धन की है? शरीर। ते पिर की है? धन की है? आत्मा। ते पिर की है? परमात्मा। कहंदे धन पिर का, बाणी च धन शरीर के अर्थां च भी है, बाणी च धन आत्मा के अर्थां च भी आया, बाणी च धन इस्त्री के अर्थां च भी आया। इत्थे धन का अर्थ है आत्मा, ते पिर का अर्थ है परमात्मा। कहंदे धन पिर का एक ही संग वासा। आत्मा का ते परमात्मा का जिहड़ा वास है वो इक्को जगह ते है। सतगुरु जी कह रहे हैं, धन गुरु रामदास महाराज का बचन, कहंदे इक्को जगह ते वास है। फिर दोवें क्यों नहीं मिलते? कहते दोवें इस करके नहीं मिलते क्योंकि विच हौमै भीत करारी। भीत का मतलब है कंध, ते करारी का मतलब है मजबूत। कहते विच हौमे की कंध है बड़ी मजबूत, तां नहीं मिलते। हौमे की कंध है। कहते जो इंसान कहता ना गुरु प्यारिओ मैं मेरा धन, मेरा पदार्थ, मेरा शरीर, मेरा मन, मेरा धन, मेरे औहदा, मेरा फलाना, मेरा टमका, उदों गुरु प्यारिओ फिर वाहिगुरु उहदे तो दूर हो जाता है, वाहिगुरु नालों विथ बन जाती है। ये मैं दी कंध है, मैं मेरी दी भावना दी कंध है। विच हौमै भीत करारी, मजबूत है। ये मोटी किड्डी है। बाणी च बचन है सतगुरां दा, कहंदे भांबीरी के पात पर दो बिन पेख्या दोरायो। आ तितली हुंदी है ना फुल्लां ते मंडराउंदी गुरु प्यारिओ, इहदा जिहड़ा पंख हुंदा है इदों भी पतली है, इदों भी पतली, पर है बड़ी मजबूत। पर टुट किवें सकदी है? हुण कंध है विचाले गुरु प्यारिओ, दो भरा रहिंदे ने, विचाले कंध है, मकान इक्को ही है, विचाले कंध है, दो भरा है ते एक उधर है एक उधर है, दोवें किवें मिलणगे? इवें साडा शरीर एक मकान है, इस मकान के अंदर ही परमात्मा है, इस मकान के अंदर ही आत्मा है, लेकिन दोनों च कंध है। तो सतगुरु जी कहते ने, कहते धन पिर का एक ही संग वासा, विच हौमै भीत करारी, गुर पूरै हौमै भीत तोरी। तोरी का मतलब है तोड़ना। कहते गुरु पूरे ने हौमै की कंध तोड़ दी, जन नानक मिलिया बनवारी। ते फिर परमेश्वर मिल गया, फिर परमेश्वर मिल जाएगा। तो इत्थे धन गुरु अमरदास जी महाराज की बड़ियाई करदियां भट्ट साहब कहते ने, गुर अमरदास करतार कियो वस, वाह वाह कर ध्यायो। ये बचन कहते हैं गुरु प्यारे। देखो कितने प्यारे बोल भट्ट जी ने गुरु नानक साहब बारे, गुरु अंगद देव जी महाराज बारे और गुरु अमरदास जी महाराज बारे बोले ने। ते अखीर दे विच फिर सवैये की आखिरी पंक्ति च की कहते हैं, ध्यान दिओ, श्री गुरु रामदास जयो जय जग मह, तैं हर परम पद पायो। कहते हे धन गुरु रामदास महाराज, तैं हर परम पद पायो। तैं
ਉਹ ਪਰਮ ਪਦ ਪਾ ਲਿਆ। ਹੁਣ ਪਰਮ ਦਾ ਅਰਥ ਕੀ ਹੁੰਦਾ ਗੁਰੂ ਪਿਆਰਿਓ? ਪਰਮ ਦਾ ਅਰਥ ਹੁੰਦਾ ਵੱਡਾ। ਜਿਵੇਂ ਪਰਮ ਵੀਰ, ਵੱਡਾ ਵੀਰ, ਪਰਮ ਚੱਕਰ, ਪਰਮ ਆਨੰਦ, ਪਰਮ ਆਤਮਾ। ਪਰਮ ਸ਼ਬਦ ਜਿਹੜਾ ਹੈ ਇੱਕ ਅਗੇਤਰ ਹੈ ਜਿਹੜਾ ਗੁਰੂ ਪਿਆਰਿਓ ਵਡਿਆਈ ਨੂੰ ਪ੍ਰਗਟ ਕਰਦਾ, ਵੱਡੇਪਣ ਨੂੰ ਪ੍ਰਗਟ ਕਰਦਾ। ਪਰਮ ਤੇ ਪਦ ਦਾ ਮਤਲਬ ਕੀ ਹੈ? ਪਦ ਹੁੰਦਾ ਗੁਰੂ ਪਿਆਰਿਓ ਅਹੁਦਾ, ਅਵਸਥਾ। ਤੇ ਪਰਮ ਪਦ ਦਾ ਮਤਲਬ ਹੈ ਵੱਡੀ ਅਵਸਥਾ, ਵੱਡਾ ਅਹੁਦਾ, ਵੱਡਾ ਰੁਤਬਾ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਪਮਾ ਕਰਦੇ ਲਿਖਦੇ ਨੇ, ਕਹਿੰਦੇ ਤੈਂ ਹਰ ਪਰਮ ਪਦ ਪਾਇਓ। ਵਾਹਿਗੁਰੂ ਜੀ, ਇਹ ਧੰਨ ਗੁਰੂ ਰਾਮਦਾਸ ਜੀ, ਤੁਸੀਂ ਉਹ ਵੱਡੀ ਪਦਵੀ ਪ੍ਰਾਪਤ ਕਰ ਲਈ ਜਿਹੜੀ ਵੱਡੀ ਪਦਵੀ ਪਰਮੇਸ਼ਵਰ ਦੀ ਹੈ। ਭਾਵ ਜਿਸ ਅਵਸਥਾ ਦੇ ਵਿੱਚ ਵਾਹਿਗੁਰੂ ਹੈ, ਤੁਸੀਂ ਉਸ ਅਵਸਥਾ ਦੇ ਵਿੱਚ ਚਲੇ ਗਏ ਹੋ। ਵਾਹਿਗੁਰੂ ਕਿਹੜੀ ਅਵਸਥਾ 'ਚ ਹੈ? ਵਾਹਿਗੁਰੂ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਹੈ। ਵਾਹਿਗੁਰੂ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਹੈ। ਵਾਹਿਗੁਰੂ ਉਸ ਅਵਸਥਾ ਦੇ ਵਿੱਚ ਹੈ ਜਿੱਥੇ ਦੇਸ਼ ਕਾਲ ਦੀਆਂ ਹੱਦਾਂ ਨਹੀਂ ਹੈ। ਉਸ ਅਵਸਥਾ ਦੇ ਵਿੱਚ ਹੈ ਜਿੱਥੇ ਦੁਨੀਆ ਦਾ ਦੁੱਖ ਨਹੀਂ, ਦੁਨੀਆ ਦਾ ਸੁੱਖ ਨਹੀਂ, ਦੁਨੀਆ ਦੀ ਖੁਸ਼ੀ ਨਹੀਂ, ਦੁਨੀਆ ਦਾ ਗਮ ਨਹੀਂ, ਦੁਨੀਆ ਦਾ ਮਾਣ ਨਹੀਂ, ਦੁਨੀਆ ਦਾ ਅਪਮਾਨ ਨਹੀਂ। ਉਹ ਅਵਸਥਾ ਗੁਰੂ ਪਿਆਰਿਓ, ਜਿਸ ਬਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਉਹ ਅਵਸਥਾ ਕਹਿੰਦੇ ਤੁਸੀਂ ਉਸ ਪਰਮੇਸ਼ਵਰ ਦੀ ਅਵਸਥਾ ਨੂੰ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਾਪਤ ਕਰ ਲਿਆ ਹੈ। ਇਸ ਕਰਕੇ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੈ, ਤੁਹਾਡੀ ਜਗਤ ਦੇ ਵਿੱਚ ਜੈ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ ਹੋ ਰਹੀ ਹੈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਹੋ ਰਹੀ ਹੈ। ਇਸ ਕਰਕੇ ਹੋ ਰਹੀ ਹੈ ਕਿਉਂਕਿ ਤੁਸੀਂ ਉਸ ਅਵਸਥਾ ਨੂੰ ਪਾ ਲਿਆ ਜਿਹੜੀ ਅਵਸਥਾ ਪਰਮੇਸ਼ਵਰ ਦੀ ਹੈ, ਬ੍ਰਹਮ ਗਿਆਨ ਦੀ ਅਵਸਥਾ, ਪਰਮ ਆਨੰਦ ਦੀ ਅਵਸਥਾ। ਔਰ ਉਹ ਅਵਸਥਾ ਜਿਹੜੀ ਸ਼ਬਦਾਂ ਨਾਲ ਵਿਆਖਿਆ ਤੋਂ ਪਰੇ ਹੈ। ਤਾਂ ਆਖਰੀ ਪੰਕਤੀ 'ਚ ਕਹਿੰਦੇ ਨੇ ਸ੍ਰੀ ਗੁਰੂ ਰਾਮਦਾਸ ਜਯੋ ਜੈ। ਜਯੋ ਜੈ ਦਾ ਮਤਲਬ ਕੀ ਹੈ? ਜੈ ਜੈਕਾਰ, ਜਯੋ ਜੈ ਕਿੱਥੇ ਹੋ ਰਹੀ ਹੈ? ਜਗ ਮਹਿ, ਜਗ ਦੇ ਅੰਦਰ, ਸੰਸਾਰ ਦੇ ਅੰਦਰ। ਕਿਉਂ ਹੋ ਰਹੀ ਹੈ? ਤੈਂ ਹਰ ਪਰਮ ਪਦ ਪਾਇਓ, ਤੁਸੀਂ ਪਰਮ ਪਦ ਨੂੰ ਪਾ ਲਿਆ ਹੈ। ਇਹ ਇੱਥੇ ਭੱਟ ਜੀ ਨੇ ਸਾਨੂੰ ਗੁਰੂ ਪਿਆਰਿਓ ਸਿੱਖਿਆ ਦਿੱਤੀ ਹੈ, ਸਮਝਾਇਆ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾਂ ਦੇ ਜਾਚਕ ਹਾਂ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਮਾਣ ਦਿੱਤਾ ਆਪ ਜੀ ਦੇ ਰੂਬਰੂ ਹੋਣ ਲਈ, ਸਮਾਂ ਬਖਸ਼ਿਆ, ਸਭ ਦਾ ਹੀ ਧੰਨਵਾਦ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਗੁਰੂ ਪਿਆਰਿਓ ਆਪਾਂ ਜਿਹੜਾ ਹੈ ਸਮਾਪਤੀ ਕਰੀਏ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੈ, ਤੈਂ ਹਰ ਪਰਮ ਪਦ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।